बैठा ना, मैं तेनों जिउंदे जी तेरे सामने तेरा सराध करूँगा। पिंड के लोगों को बुला लिया, इकट्ठे कर ले लोग। ਜਦੋਂ ਦੇ ਘਰੇ ਪਹੁੰਚੇ ਸਾਰੇ ਲੋਕ ਤੇ ਪ੍ਰਸ਼ਾਦਾ ਪਾਣੀ ਸ਼ੁਰੂ ਹੋ ਗਿਆ ਤੇ ਬਾਪੂ ਨੂੰ ਉੱਚੇ ਚਵਾਰੇ ਦੇ ਵਿੱਚ ਬਿਠਾ ਦਿੱਤਾ ਸਾਹਮਣੇ। ਹੁਣ ਬਾਪੂ ਸਾਹਮਣੇ ਬੈਠਾ ਹੈ। ਅਕਸਰ ਸਾਡੇ ਮਨ ਦੇ ਵਿੱਚ ਇਹ ਹੁੰਦੀ ਹੈ ਕਿ ਅਸੀਂ ਮਰਨ ਤੋਂ ਬਾਅਦ ਸਰਾਧ ਕਰਦੇ ਹਾਂ ਤਾਂ ਕਿ ਜਿਹੜਾ ਖਾਣਾ ਹੈ ਮਾਂ ਬਾਪ ਤੱਕ ਪਹੁੰਚੇ। ਸਰਾਧ ਦਾ ਤਾਂ ਇਹੀ ਮਤਲਬ ਹੈ ਨਾ ਵੀ ਗ੍ਰੰਥੀ ਸਿੰਘ ਨੂੰ ਖਵਾ ਦਿਓ ਜਾਂ ਪੰਡਤ ਨੂੰ ਖਵਾ ਦਿਓ, ਵੀ ਪੰਡਤ ਜੀ ਅੱਗੇ ਸਪਲਾਈ ਕਰ ਦਿੰਦੇ ਆ ਸਮਾਨ। ਇਹੀ ਸਾਡੇ ਮਨ ਦੇ ਵਿੱਚ ਭਰਮ ਵੜਿਆ ਕਿ ਅਸੀਂ ਗ੍ਰੰਥੀ ਨੂੰ ਖਵਾ ਦਾਂਗੇ ਤੇ ਸ਼ਾਇਦ ਸਾਡੇ ਬਾਪੂ ਤੱਕ ਪਹੁੰਚ ਜਾਏਗਾ। ਉਹਨੇ ਲੋਕਾਂ ਨੂੰ ਸਮਝਾਉਣ ਵਾਸਤੇ ਇੱਕ ਤਰੀਕਾ ਲੱਭਿਆ। ਉਹ ਕਹਿੰਦਾ ਬਾਪੂ ਤੇਰਾ ਮੈਂ ਜਿਉਂਦੇ ਜੀ ਸਰਾਧ ਕਰਾਂਗਾ। ਬਾਪੂ ਨੂੰ ਉੱਤੇ ਬਿਠਾ ਦਿੱਤਾ, ਮੰਜੇ ਦੇ ਉੱਤੇ ਬਿਠਾ ਦਿੱਤਾ। ਲੋਕੀ ਆ ਰਹੇ ਨੇ, ਪਿੰਡ ਦੇ ਲੋਕੀ ਆਉਂਦੇ ਨੇ, ਲੰਗਰ ਛਕਦੇ ਨੇ, ਚਲੇ ਜਾਂਦੇ ਨੇ, ਆਉਂਦੇ ਨੇ ਚਲੇ ਜਾਂਦੇ ਨੇ। ਤੇ ਬਾਪੂ ਨੂੰ ਆਵਾਜ਼ ਮਾਰ ਕੇ ਪੁੱਛਦਾ, ਬਾਪੂ ਰੱਜ ਗਿਆ? ਹੁਣ ਤਾਂ ਬੜੇ ਖਾ ਗਏ ਨੇ, ਇੱਥੇ ਪੰਡਤ ਵੀ ਖਾ ਗਿਆ, ਇੱਥੇ ਗ੍ਰੰਥੀ ਵੀ ਖਾ ਗਿਆ, ਇੱਥੇ ਸਾਰੇ ਖਾ ਗਏ ਨੇ, ਵੀ ਰੱਜ ਗਿਆ? ਉਹ ਕਹਿੰਦਾ ਪੁੱਤਰ ਨਾ ਮੇਰੇ ਅੱਗੇ ਥਾਲੀ ਤੇ ਨਾ ਕੌਲੀ ਤੇ ਨਾ ਪਲੇਟ, ਤੇ ਮੈਂ ਕਿੱਥੋਂ ਰੱਜਣਾ। ਇਸ ਕਰਕੇ ਜਿਉਂਦੇ ਜੀ ਮਾਂ ਬਾਪ ਦੀ ਆਪਾਂ ਸੇਵਾ ਕਰ ਲਾਂਗੇ ਨਾ ਤੇ ਸੁੱਖ ਪ੍ਰਾਪਤ ਹੋਏਗਾ। ਜਿਉਂਦੇ ਮਰਨ ਤੋਂ ਬਾਅਦ ਕੁਛ ਨਹੀਂ ਮਿਲਣਾ। ਮਰਨ ਤੋਂ ਬਾਅਦ ਤਾਂ ਇੱਕ ਗੱਲ, ਇੱਕ ਦੁਨੀਆਦਾਰੀ ਵਾਲੀ ਰੀਤ ਨਿਭਾਉਣ ਵਾਲੀ ਗੱਲ ਹੁੰਦੀ ਆ। ਜਿਉਂਦੇ ਬਾਪੂ ਦੀ ਸੇਵਾ ਕਰ ਲਾਂਗੇ, ਜਿਉਂਦੇ ਮਾਂ ਬਾਪ ਦੀ ਸੇਵਾ ਕਰ ਲਾਂਗੇ ਤੇ ਸਾਰੇ ਸੁੱਖ ਮਿਲ ਜਾਣਗੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਸੇ ਕਰਕੇ ਬਾਬਾ ਕਬੀਰ ਜੀ ਕਹਿੰਦੇ ਆ ਨਾ, ਜੀਵਤ ਪਿਤਰ ਨਾ ਮਾਨੈ ਕੋ ਮੂਆ ਸ਼ਰਾਧ ਕਰਾਈ। ਤੇ ਮਰਨ ਤੋਂ ਬਾਅਦ ਜੋ ਮਰਜ਼ੀ ਕਰੀ ਜਾਂਗਾ, ਦੁਨੀਆਦਾਰੀ ਦੀ ਖੇਡ ਹੈ, ਇਹ ਤਾਂ ਸੰਸਾਰ ਦੀ ਖੇਡ ਹੈ, ਚੱਲੀ ਜਾਣੀ ਹੈ। ਜਿਵੇਂ ਇੱਕ ਮਾਤਾ ਦਾ ਬਚਪਨ ਵਿੱਚ ਪੁੱਤਰ ਚੜ੍ਹਾਈ ਕਰ ਗਿਆ, 7-8 ਸਾਲ ਦੀ ਆਰਜ਼ੂ ਹੈ ਤੇ ਬੜਾ ਵਿਰਲਾਪ ਹੈ ਮਨ ਦੇ ਵਿੱਚ, ਕਿਉਂਕਿ ਬਚਪਨ ਦੇ ਵਿੱਚ ਕੋਈ ਬੱਚਾ ਮਾਂ ਦੀ ਗੋਦ ਵਿੱਚੋਂ ਚਲਾ ਜਾਵੇ ਤੇ ਮਾਂ ਬੜਾ ਰੋਂਦੀ ਹੈ। ਹੁਣ ਮਾਂ ਜਿਹੜੀ ਹੈ ਉਹਦੇ ਕੰਨ ਵਿੱਚ ਕਿਸੇ ਨੇ ਗੱਲ ਪਾ ਦਿੱਤੀ ਵੀ ਆਪਣੇ ਪਿੰਡ ਦੇ ਵਿੱਚ ਨਾ ਇੱਕ ਮਹਾਤਮਾ ਆ ਕੇ ਬੈਠਾ ਹੈ, ਇੱਕ ਮਹਾਤਮਾ ਆ ਕੇ ਬੈਠਾ ਹੈ, ਉਹ ਤੇਰੀ ਪੁਕਾਰ ਸੁਣ ਲੇਗਾ ਤੇ ਤੇਰੇ ਬੱਚੇ ਨੂੰ ਜਿਉਂਦਾ ਕਰ ਦੇਗਾ। ਮੈਂ ਸੁਣਿਆ ਉਹ ਬੱਚੇ ਜਿਉਂਦੇ ਕਰ ਦਿੰਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਸਾਡੇ ਮਨ 'ਚ ਭਰਮ ਹੈ ਵੀ ਸ਼ਾਇਦ ਬਾਬੇ ਬੱਚੇ ਜਿਉਂਦੇ ਕਰਦੇ ਨੇ। ਇੱਦਾਂ ਦਾ ਕੁਛ ਨਹੀਂ ਹੁੰਦਾ। ਉਹ ਤਾਂ ਪ੍ਰਮਾਤਮਾ ਚਾਹੇ ਭਾਵੈ ਬਿਨ ਸਾਸ ਤੇ ਰੱਖੈ, ਪ੍ਰਭ ਭਾਵੈ ਤਾਂ ਹਰ ਗੁਣ ਪੱਖ। ਉਹ ਚਾਹਵੇ ਤਾਂ ਭਾਵੇਂ ਜਿੱਥੇ ਤੂੰ ਮਰਜ਼ੀ ਬੈਠਾ ਹੋਵੇਂ ਤੈਨੂੰ ਉੱਥੇ ਬਚਾ ਸਕਦਾ। ਜਿਹੜੀ ਮਰਜ਼ੀ ਫਾਈ ਦੇ ਵਿੱਚ ਫਸਿਆ ਹੋਵੇ ਉੱਥੋਂ ਵੀ ਕੱਢ ਸਕਦਾ। ਕਹਿੰਦੇ ਆ ਨਾ ਵੀ ਸਾਡੇ ਮਨ ਦੇ ਵਿੱਚ ਇਹ ਹੁੰਦਾ ਵੀ ਸਾਡੇ ਬੱਚੇ ਨੂੰ ਕੁਛ ਨਾ ਹੋਵੇ, ਸਾਡੇ ਪਰਿਵਾਰ ਨੂੰ ਖੁਸ਼ ਨਾ ਹੋਵੇ। ਮਾਂ ਬਾਪ ਅਰਦਾਸ ਕਰਦੇ ਆ, ਬੱਚੇ ਵੀ ਅਰਦਾਸ ਕਰਦੇ ਆ, ਸਾਰੇ ਅਰਦਾਸਾਂ ਕਰਦੇ ਵੀ ਸਾਡੇ ਪਰਿਵਾਰ ਨੂੰ ਕੁਛ ਨਾ ਹੋਵੇ। ਕਹਿੰਦਾ ਉਹ ਮਾਤਾ ਦਾ ਬੱਚਾ ਮਰਿਆ ਤੇ ਉਹਦੇ ਕੰਨ ਵਿੱਚ ਕਿਸੇ ਨੇ ਗੱਲ ਪਾ ਦਿੱਤੀ ਵੀ ਆਪਣੇ ਇੱਥੇ ਲਾਗੇ ਮਹਾਤਮਾ ਤੇ ਉਹ ਬੱਚੇ ਜਿਉਂਦਾ ਕਰ ਦਿੰਦਾ। ਮਾਤਾ ਨੇ ਆਖਿਆ ਵੀ ਮੇਰਾ ਪੁੱਤਰ ਜਿਉਂਦਾ ਹੋ ਜਾਵੇ ਤੇ ਹੋਰ ਕੀ ਚਾਹੀਦਾ, ਮੇਰਾ ਇਕੱਲਾ ਇਕੱਲਾ ਪੁੱਤਰ ਹੈ। ਤੇ ਮਾਤਾ ਨੇ ਆਪਣੇ ਪੁੱਤਰ ਨੂੰ ਚੁੱਕਿਆ ਤੇ ਉਸ ਬਾਬੇ ਦੇ ਦਰ ਵਿੱਚ ਪਹੁੰਚੀ ਹੈ, ਉਸ ਮਹਾਤਮਾ ਦੇ ਕੋਲ ਪਹੁੰਚੀ ਹੈ। ਜਾ ਕੇ ਪੁੱਤਰ ਦੀ ਲਾਸ਼ ਅੱਗੇ ਰੱਖੀ ਹੈ ਤੇ ਮਹਾਤਮਾ ਨੂੰ ਕਹਿੰਦੀ, ਮਹਾਤਮਾ ਜੀ ਕਿਰਪਾ ਕਰੋ, ਮੈਨੂੰ ਪਤਾ ਲੱਗਿਆ ਤੁਸੀਂ ਪੁੱਤਰ ਜਿਉਂਦੇ ਕਰ ਦਿੰਦੇ ਹੋ, ਮਰਿਆ ਹੋਇਆਂ ਦੇ ਵਿੱਚ ਸਾਹ ਫੂਕ ਦਿੰਦੇ ਹੋ, ਮਰਿਆ ਹੋਇਆਂ ਦੇ ਵਿੱਚ ਸਾਹ ਪਾ ਦਿੰਦੇ ਹੋ, ਮੇਰੇ ਪੁੱਤਰ ਨੂੰ ਜਿਉਂਦਾ ਕਰ ਦਿਓ। ਮਾਤਾ ਤੇਰਾ ਪੁੱਤਰ ਜਿਉਂਦਾ ਹੋ ਜਾਵੇਗਾ, ਤੇਰਾ ਪੁੱਤਰ ਬਚ ਜਾਏਗਾ। ਇੱਕ ਕੰਮ ਕਰਨਾ ਪੈਣਾ ਤੈਨੂੰ। ਹੁਣ ਕਿਸੇ ਨੂੰ ਸਮਝਾਉਣਾ ਹੋਵੇ ਤੇ ਤਰੀਕਾ ਵਰਤਣਾ ਪੈਂਦਾ, ਜੁਗਤ ਵਰਤਣੀ ਪੈਂਦੀ ਹੈ। ਕਹਿੰਦੇ ਵੀ ਉਹਨੇ ਕਿਹਾ ਵੀ ਇੱਦਾਂ ਕਰ ਵੀ ਆਹ ਨਗਰ ਦੇ ਵਿੱਚੋਂ ਜਾ, ਕਿਸੇ ਦੇ ਘਰੋਂ ਰਾਈ ਦੇ ਦਾਣੇ ਲੈ ਕੇ ਆ, ਜਿਹਨੂੰ ਆਪਾਂ ਸਰੋਂ ਕਹਿ ਦਿੰਦੇ ਹਾਂ, ਸਰੋਂ ਦੇ ਦਾਣੇ ਲੈ ਕੇ ਆ ਤੇ ਮੈਂ ਤੇਰਾ ਪੁੱਤਰ ਜਿਉਂਦਾ ਕਰ ਦਾਂਗਾ, ਪਰ ਇੱਕ ਸ਼ਰਤ ਹੈ। ਰਾਈ ਦੇ ਦਾਣੇ, ਸਰੋਂ ਦੇ ਦਾਣੇ ਉਸ ਘਰ ਵਿੱਚੋਂ ਲੈ ਕੇ ਆਈ ਜਿਸ ਘਰ ਦੇ ਵਿੱਚ ਕੋਈ ਮਰਿਆ ਨਾ ਹੋਵੇ, ਜਿਸ ਘਰ ਦੇ ਵਿੱਚੋਂ ਕਦੇ ਕਿਸੇ ਦੀ ਲਾਸ਼ ਨਾ ਉੱਠੀ ਹੋਵੇ, ਮਰਿਆ ਨਾ ਹੋਵੇ। ਤੇ ਮਾਤਾ ਨੇ ਸੋਚਿਆ ਮੇਰਾ ਪੁੱਤਰ ਜਿਉਂਦਾ ਹੋਵੇਗਾ, ਕੋਈ ਨਾ ਕੋਈ ਘਰ ਤਾਂ ਇੱਦਾਂ ਮਿਲ ਜਾਏਗਾ ਜਿਸ ਘਰ ਦੇ ਵਿੱਚ ਕੋਈ ਮਰਿਆ ਨਾ ਹੋਵੇ। ਦਿਮਾਗ 'ਚ ਗੱਲ ਨਹੀਂ ਨਾ ਆਉਂਦੀ। ਮਨੁੱਖ ਜਦੋਂ ਦੁਖੀ ਹੋਵੇ ਤੇ ਉਹਦੇ ਦਿਮਾਗ ਨੂੰ ਕੰਮ ਨਹੀਂ ਕਰਦਾ ਕਈ ਵਾਰੀ ਮਨੁੱਖ ਦਾ ਦਿਮਾਗ, ਤੇ ਉਹਦਾ ਦਿਮਾਗ ਨੇ ਕੰਮ ਕਰ ਰਿਹਾ ਸੀ ਵੀ ਇੱਦਾਂ ਦਾ ਕੋਈ ਘਰ ਮੈਨੂੰ ਮਿਲ ਸਕਦਾ ਸ਼ਾਇਦ। ਤੇ ਪਹੁੰਚੀ ਹੈ, ਹਰ ਘਰ ਦਾ ਦਰਵਾਜ਼ਾ ਖੜਕਾਉਂਦੀ ਤੇ ਜਾ ਕੇ ਆਖਦੀ ਮੈਨੂੰ ਰਾਈ ਦੇ ਦਾਣੇ ਚਾਹੀਦੇ। ਰਾਈ ਦੇ ਦਾਣੇ ਤਾਂ ਹਰ ਘਰ ਦੇ ਵਿੱਚੋਂ ਮਿਲ ਜਾਣਗੇ। ਰਾਈ ਦੇ ਦਾਣੇ, ਸਰੋਂ ਦੇ ਦਾਣੇ ਤੁਹਾਨੂੰ ਹਰ ਘਰ ਦੇ ਵਿੱਚੋਂ ਮਿਲ ਜਾਣਗੇ, ਪਰ ਤੁਹਾਨੂੰ ਐਸਾ ਘਰ ਕੋਈ ਨਹੀਂ ਮਿਲੇਗਾ ਜਿਸ ਘਰ ਦੇ ਵਿੱਚ ਮੌਤ ਨਾ ਹੋਈ ਹੋਵੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ।
ਹਰ ਘਰ ਦਾ ਦਰਵਾਜ਼ਾ ਖੜਕਾਉਂਦੀ ਹੈ ਅਤੇ ਨਾਲੇ ਪੁੱਛਦੀ ਹੈ ਤੁਹਾਡੇ ਘਰ ਕੋਈ ਮਰਿਆ ਤਾਂ ਨਹੀਂ। ਰਾਈ ਦੇ ਦਾਣੇ ਲੈਣ ਦਾ ਤਾਂ ਫਾਇਦਾ ਮੈਨੂੰ, ਕਿਉਂਕਿ ਮੇਰਾ ਪੁੱਤਰ ਤਾਂ ਹੀ ਬਚ ਸਕਦਾ ਹੈ ਜੇ ਤੁਹਾਡੇ ਘਰ ਦੇ ਵਿੱਚੋਂ ਮੌਤ ਨਹੀਂ ਹੋਈ, ਅਤੇ ਫਿਰ ਰਾਈ ਦੇ ਦਾਣੇ ਕੰਮ ਆ ਸਕਦੇ ਤੁਹਾਡੇ ਦਿੱਤੇ ਹੋਏ। ਰਾਈ ਦੇ ਦਾਣੇ ਤਾਂ ਦੇਣ ਨੂੰ ਹਰ ਬੰਦਾ ਤਿਆਰ ਹੋ ਗਿਆ, ਪਰ ਇਹ ਗੱਲ ਆਖਣ ਨੂੰ ਕੋਈ ਤਿਆਰ ਨਹੀਂ ਹੋਇਆ ਵੀ ਸਾਡੇ ਘਰ ਮੌਤ ਨਹੀਂ ਹੋਈ। ਆਖੋ ਸਤਿਨਾਮ ਸ਼੍ਰੀ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਜੋ ਆਇਆ ਸੋ ਚੱਲ ਸੀ ਸਭ ਕੋ ਆਈ ਵਾਰੀ ਹੈ। ਬਾਬਾ ਫਰੀਦ ਨਹੀਂ ਕਹਿੰਦੇ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ। ਦਰਿਆ ਦੇ ਕੰਢੇ ਤੇ ਬੈਠਾ ਮਨੁੱਖ, ਕਿਹੜਾ ਦਰਿਆ? ਇਹ ਭਵਜਲ ਸੰਸਾਰ, ਇਹਦੇ ਦਰਿਆ ਦੇ ਕੰਢੇ ਦੇ ਉੱਤੇ ਸਾਰੇ ਹੀ ਮਨੁੱਖ ਬੈਠੇ ਆ। ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ। ਕੀ ਕਰਦਾ? ਹੁਣ ਆਪਾਂ ਸਾਰੀ ਆਪਣੀ ਜ਼ਿੰਦਗੀ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਪਰਿਵਾਰ ਦੇ ਵਿੱਚ, ਸੰਸਾਰ ਦੇ ਵਿੱਚ ਵਿਚਰਦੇ ਹਾਂ, ਕੰਮ ਕਾਰ ਕਰਦੇ ਹਾਂ। ਸਵੇਰੇ 8 ਘੰਟੇ ਕੰਮ ਕਰਕੇ ਆਉਂਦੇ ਹਾਂ, ਵਾਪਸ ਪਰਿਵਾਰ ਵਿੱਚ ਆ ਜਾਂਦੇ ਹਾਂ, ਨੱਚਦੇ ਟੱਪਦੇ ਹਾਂ, ਖਾਂਦੇ ਹਾਂ, ਗਾਉਂਦੇ ਹਾਂ, ਕਮਾਉਂਦੇ ਹਾਂ, ਸਾਰਾ ਕੁਛ ਕਰਦੇ ਹਾਂ। ਅਤੇ ਉਹ ਜਿਹੜਾ ਕਾਂ ਹੈ ਨਾ, ਬਗਲਾ ਜਿਹੜਾ, ਉਹ ਦਰਿਆ ਦੇ ਕੰਢੇ 'ਤੇ ਬੈਠਾ ਹੈ। ਅਤੇ ਬਾਬਾ ਫਰੀਦ ਕਹਿੰਦੇ ਨੇ ਵੇਖਿਆ ਵੀ ਇੱਕ ਬਗਲਾ ਜਿਹੜਾ ਦਰਿਆ ਦੇ ਕੰਢੇ 'ਤੇ ਬੈਠਾ ਅਤੇ ਕੇਲ ਕਰਦਾ ਪਿਆ, ਆਪਣੀ ਮਸਤੀ ਵਿੱਚ ਮਸਤ ਹੈ, ਮੱਛੀਆਂ ਫੜਨ ਵਿੱਚ ਮਸਤ ਹੈ। ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ। ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਉਹ ਕਿਹੜੇ ਬਾਜ ਨੇ? ਉਹ ਮੌਤ ਰੂਪੀ ਬਾਜ ਨੇ ਜਿਹੜੇ ਹਰ ਮਨੁੱਖ ਨੂੰ ਪੈਣੇ ਨੇ। ਅਤੇ ਉਹ ਕੇਲ ਕਰਦਾ ਪਿਆ, ਖੇਡਦਾ ਪਿਆ। ਆਪਾਂ ਵੀ ਕਈ ਵਾਰੀ ਕਹਿ ਦਿੰਦੇ ਹਾਂ ਵੀ ਅੱਜ ਤਾਂ ਸਵੇਰੇ ਤਾਂ ਮਿਲ ਕੇ ਆਇਆ ਮੈਂ, ਹੁਣ ਕੀ ਹੋ ਗਿਆ ਬਾਪੂ ਨੂੰ? ਸਵੇਰੇ ਤਾਂ ਚੰਗਾ ਭਲਾ ਸੀ, ਰੋਟੀ ਖਾਧੀ ਹੈ, ਸਾਰਾ ਕੁਛ ਕੀਤਾ, ਪਰ ਉਹਦੇ ਜਿਹੜੇ ਅਚਿੰਤੇ ਬਾਜ ਨੇ, ਉਹਦਾ ਮੌਤ ਦਾ ਸੁਨੇਹਾ ਜਦੋਂ ਆ ਗਿਆ ਫਿਰ ਸਾਰਾ ਕੁਛ ਵਿਸਰ ਜਾਂਦਾ। ਕੇਲਾਂ ਵਿਸਰੀਆਂ ਜੋ ਮਨ ਚਿੱਤ ਨਾ ਚੇਤੇ ਸਨ, ਸੋ ਗਾਲੀ ਰੱਬ ਕੀਆਂ। 3.5 ਮਣ ਦਿਉਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ, ਵੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰ ਗਏ ਆਏ ਕੰਮ। ਤੇਰੇ ਅਮਲਾਂ ਨੇ ਕੰਮ ਆਉਣਾ, ਤੇਰੀ ਕੀਤੀ ਸੰਸਾਰ ਦੇ ਵਿੱਚ ਸੇਵਾ ਨੇ ਕੰਮ ਆਉਣਾ, ਤੇਰੀ ਕੀਤੇ ਹੋਏ ਸਿਮਰਨ ਨੇ ਕੰਮ ਆਉਣਾ, ਸੰਸਾਰ ਦੀ ਕਿਸੇ ਵਸਤੂ ਨੇ ਕੰਮ ਨਹੀਂ ਆਉਣਾ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਹੋ ਨਾਨਕ ਸੁਨ ਰਹੇ ਮਨਾ ਜਹ ਬਿਦ ਜਲ ਕਉ ਮੀਨ। ਕਿਵੇਂ ਪਿਆਰ ਕਰ? ਮਹਾਰਾਜ ਕਹਿੰਦੇ ਇੱਦਾਂ ਪਿਆਰ ਕਰ ਜਿਵੇਂ ਮੱਛੀ ਦਾ ਪਾਣੀ ਦੇ ਨਾਲ ਹੈ। ਤੇਰੀ ਪ੍ਰੀਤ ਗੁਰੂ ਦੇ ਨਾਲ ਇੱਦਾਂ ਦੀ ਹੋਣੀ ਚਾਹੀਦੀ ਹੈ, ਫਿਰ ਤੇਰਾ ਇਹ ਲੋਕ ਸੁਖੀਏ ਅਤੇ ਪਰਲੋਕ ਸੁਹੇਲਾ ਹੋ ਸਕਦਾ, ਹੋਰ ਕੋਈ ਤਰੀਕਾ ਨਹੀਂ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਫਿਰ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਅਸੀਂ ਜਦੋਂ ਸਾਡਾ ਕੋਈ ਬਜ਼ੁਰਗ ਜਿਵੇਂ ਚੜ੍ਹਾਈ ਕਰ ਜਾਂਦਾ ਅਤੇ ਅਸੀਂ ਪਾਠ ਰਖਾਉਂਦੇ ਹਾਂ। ਰੀਤ ਤਾਂ ਸਾਡੀ ਬਣੀ ਹੋਈ ਵੀ ਅਸੀਂ ਪਾਠ ਰਖਾਉਣਾ, ਜਾਂ ਅਖੰਡ ਪਾਠ ਕਰਾਉਂਦੇ ਆ, ਕੋਈ ਸੁਖਮਨੀ ਸਾਹਿਬ ਦਾ ਪਾਠ ਕਰਾਉਂਦਾ। ਅਸੀਂ ਅਕਸਰ ਕਹਿ ਦਿੰਦੇ ਕਿ ਬਾਪੂ ਦੇ ਨਾਂ ਦਾ ਪਾਠ ਕਰਾਇਆ। ਬਾਪੂ ਦੇ ਨਾਂ ਦਾ ਪਾਠ ਨਹੀਂ ਕਰਾਉਂਦੇ ਅਸੀਂ। ਉਹ ਪਾਠ ਹੁੰਦਾ ਸਾਨੂੰ ਸਿੱਖਿਆ ਦੇਣ ਵਾਸਤੇ, ਸਾਨੂੰ ਸਮਝਾਉਣ ਵਾਸਤੇ। ਉਹ ਸਮਾਂ ਸਤਿਗੁਰੂ ਸਾਨੂੰ ਬਖਸ਼ਿਸ਼ ਕਰਦਾ ਵੀ ਆਹ ਤੇਰੇ ਕੋਲ ਮੈਂ ਆਇਆ, ਚੱਲ ਕੇ ਤੂੰ ਮੇਰੇ ਕੋਲੋਂ ਕੁਛ ਸਿੱਖਿਆ ਪ੍ਰਾਪਤ ਕਰ ਲੈ। ਆਹ 7 ਦਿਨ ਜਾਂ 10 ਦਿਨ ਮੈਂ ਤੇਰੇ ਘਰ ਰਹਿਣਾ, ਤੂੰ ਮੇਰੇ ਕੋਲੋਂ ਸਿੱਖਿਆ ਪ੍ਰਾਪਤ ਕਰ ਲੈ। ਜੇ ਕਿਤੇ ਤੇਰਾ ਬਾਪੂ ਨਾਮ ਨਹੀਂ ਸੀ ਨਾ ਜਪਦਾ, ਜਾਂ ਕੋਈ ਪੁਰਾਣੀ ਘਰ ਦਾ ਨਾਮ ਨਹੀਂ ਸੀ ਜਪਦਾ, ਉਹ ਸੰਸਾਰ 'ਚੋਂ ਖਾਲੀ ਚਲਾ ਗਿਆ, ਤੂੰ ਨਾ ਖਾਲੀ ਚਲਾ ਜਾਵੀਂ। ਆਖੋ ਸਤਿਨਾਮ ਸ਼੍ਰੀ। ਇਹ ਬਾਣੀ ਪੜ੍ਹਨ ਦਾ ਮਤਲਬ ਹੀ ਇਹੀ ਹੈ ਕਿ ਸਾਡੇ ਪਰਿਵਾਰ ਦੇ ਜੀਅ ਗੁਰੂ ਦੇ ਨਾਲ ਜੁੜ ਜਾਣ, ਗੁਰੂ ਵਾਲੇ ਬਣ ਜਾਣ, ਤਾਂ ਕਿ ਸਾਡਾ ਜਿਹੜਾ ਜੀਵਨ ਹੈ ਸੋਹਣਾ ਹੋ ਜਾਵੇ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਇਸ ਕਰਕੇ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗਿਰੀ ਨਾਹੇ। ਆਓ ਸਤਿਗੁਰੂ ਦੀ ਪਾਵਨ ਬਾਣੀ ਦਾ ਸ਼ਬਦ ਪੜ੍ਹ ਕੇ ਉਸ ਤੋਂ ਬਾਅਦ ਬੱਚਿਆਂ ਦਾ ਸਮਾਂ, ਬੱਚਿਆਂ ਦਾ ਸਮਾਂ ਨਹੀਂ ਹੈ, ਬੱਚਿਆਂ ਦਾ ਅੱਜ ਸ਼ਾਇਦ ਸਮਾਂ ਹੈ ਨਹੀਂ। ਆਓ ਇੱਕ ਸ਼ਬਦ ਦੀ ਆਪਾਂ ਹਾਜ਼ਰੀ ਭਰੀਏ, ਜੇ ਸਮਾਂ ਮਿਲਿਆ ਤਾਂ 2, ਨਹੀਂ ਤਾਂ ਇੱਕ ਸ਼ਬਦ ਦੀ ਆਪਾਂ ਹਾਜ਼ਰੀ ਭਰੀਏ। ਅੱਲਾ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ। ਉਸ ਅਕਾਲ ਪੁਰਖ ਦੀ ਉਸਤਤ ਵਿੱਚ ਜੁੜੀਏ, ਪਾਵਨ ਬਾਣੀ ਦੀ ਵਿਚਾਰ ਇਤਿਹਾਸ ਵਾਚਦੇ ਹਾਂ, ਕਈ ਵਾਰੀ ਗਲਤੀਆਂ ਹੋ ਜਾਂਦੀਆਂ ਹਨ, ਵਿਚਾਰ ਕਰਦੇ ਹਾਂ। ਸਾਧ ਸੰਗਤ ਬਖਸ਼ਣਯੋਗ ਹੈ। ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਦਾ, ਜਿਨ੍ਹਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਬਹਿ ਕੇ ਪਾਵਨ ਬਾਣੀ ਦਾ ਆਨੰਦ ਮਾਣਨ ਦਾ ਸਮਾਂ ਪ੍ਰਾਪਤ ਹੋਇਆ। ਦਿਓ ਅਸੀਸ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
वाहे गुरु वाहे गुरु अल्लाह पाक पाक है अल्लाह अल्लाह पाक पाक है अल्लाह अल्लाह पाक पाक है अल्लाह अल्लाह पाक पाक है अल्लाह। शक करूं जे दूसर होए शक करूं जे दूसर होए अल्लाह पाक पाक है अल्लाह अल्लाह पाक पाक है अल्लाह। शक करूं जे दूसर होए शक करूं जे दूसर होए अल्लाह पाक अल्लाह पाक पाक है अल्लाह। वेद कदेव इबतरा पाई दिल का फिकर न जाए वेद कदेव इबतरा पाई दिल का फिकर न जाए टुक दम करारी जो करो हाजर हजूर खुदाए टुक दम करारी जो करो हाजर हजूर खुदाए हाजर हजूर खुदाए हाजर हजूर खुदाए अल्लाह पाक पाक है अल्लाह अल्लाह पाक पाक है अल्लाह। शक करूं जे दूसर होए शक करूं जे दूसर होए अल्लाह पाक पाक है अल्लाह अल्लाह पाक पाक है अल्लाह।
दस्तगीरी ना है। अल्लाह पाकम पाक है, अल्लाह अल्लाह पाकम पाक है, अल्लाह शक करूं जे दूसर होए, शक करूं जे दूसर होए। अल्लाह पाक पाक है, अल्लाह अल्लाह पाक पाक है, अल्लाह। दरोग पर खुशी होए, बेखबर बाद बगाए। दरोग पर खुशी होए, बेखबर बाद बगाए। हक सच खालक खलक में आले, श्याम मूरत ना है, श्याम मूरत ना है, श्याम मूरत ना है। अल्लाह पाक पाक है, अल्लाह अल्लाह पाक पाक है, अल्लाह। आसमान में आने लहंग दरिया, गुसल करदन बूद। कर फकर दायम, कर फकर कर फकर कर फकर दायम, लाए चश्मे जह जह जह। कर फकर दायम, लाए चश्मे जह तहाँ मौजूद। अल्लाह 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 पाकम पाक है, पाक है। शक करूं शक करूं, निसारे गामा
पादाना पादानी गारे गारे सा हा 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 करीम का ओ करे जाने सोए कबीर करम करीम का ओ करे जाने सोए ओ करे जाने सोए ओ करे जाने सोए अल्लाह पाक पाक है अल्लाह पाक पाक है अल्लाह शक करूं जे दूसर होए शक करूं जे दूसर होए अल्लाह पाक पाक है अल्लाह अल्लाह पाक पाक है अल्लाह अल्लाह पाक पाक है अल्लाह पाक है अल्लाह पाक है अल्लाह वाहेगुरु। राग राम कली महला तीजा आनंदिक ओंकार सतगुर प्रसाद आनंद पिया मेरी माए सतगुरु में पाया सतगुर तो पाया सहज सेती मन वजियां बधाइयां राग रतन परिवार परिया शब्द गावन आया शब्दो तंगावो हरि केरा मन जिनी वसाया कह नानक आनंद होआ सतगुरु में पाया ए मन मेरे तू सदा रहो हर नाल रहो तू मन मेरे दुख सब विसारना विकारो करे तेरा कार्य सब सवारना सबना गला समरथ सुआमी सो क्यों मनो विसारे कह नानक मन मेरे सदा रहो हर नाल साचे साहेबा क्या नहीं करते रह करता तेरा सब कुछ है जिस दे सो पावे सदा सिफत सलाह तेरी नाम मन बसावे नाम जिनके मन वसिया वाजे शब्द कनेर कह नानक सच्चे साहिब क्या नहीं करते रह साचा नाम मेरा आधार साच नाम आधार मेरा जिन भुखा सब गवाए कर शांत सुख मन आए वसिया जिन इच्छा सब पुजाए सदा कुर्बान किता गुर विटो जिस दी आए वड्याया कह नानक सुनो संतो शब्द तरो प्यारो साचा नाम मेरा आधार वाजे पंच शब्द तित कार सपागै शब्द वाजे कला जित कर तारिया पंच दूत तुझ बस कीते काल कंटक मारिया और कर्म पाया तुझ जन को से नाम हर के लागे कह नानक तै सुख हो आतित करे अनहद बाजे नंद सुनो बड़ भागियो सगल मनोरथ पूरे पार ब्रह्म प्रभ पाया उतरे सगल विसूरे दुख रोग संताप उतरे सुनी सच्ची बाणी संत साजन पे सर से पूरे गुर ते जा सुनते पुनित कहते पवित्र सतगुर रहया भरपूर बिनवंत नानक गुर चरण लागे वाजे अनहद दूर लो पवन गुरु पानी पिता माता तरत महात दिवस रात दोए दाई दाया खेलै सगल जगत चंगियाइयां बुरियाइयां बाचे धर्म दूर करमी आपो अपनी के नेड़े के दूर जिन्नी नाम ते आया गे मसकत काल नानक ते मुख उजले केती छुट्टी नाल नानक ते मुखी उजले
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਊਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮਰਾ ਦਾਸ ਸਦਾ ਕੁਰਬਾਨੀ ਜੀ ਤੁਧ ਆਗਨ ਅਰਦਾਸ ਜੀਓ ਤੇਰਾ ਹੈ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣ ਮੇਰਾ ਵਾਹਿਗੁਰੂ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ 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 ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਤਿਨੇ ਤਪ ਨਿਵਾਰਨ ਹਾਰਾ ਦੁਖ ਅੰਤਾ ਸੁਖ ਰਾਸਤਾ ਕੋ ਬਿਨ ਕੋ ਲਾਗੈ ਜਾ ਕੀ ਪ੍ਰਭ ਆਗੇ ਅਰਦਾਸ ਅਰਦਾਸ ਤੇ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਿਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਸ੍ਰੀ ਹਰਿਕ੍ਰਿਸ਼ਨ ਧਿਆਈ ਆ ਜਸ ਬਿਠਾਏ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਘਰ ਨੌਨ ਜਿਆਵੈ ਤਹਾਏ ਸਭ ਥਾਈ ਹੋਈ ਸਹਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਹਰਿ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹਾਂ ਦੇ ਆਤਮ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਪਾਠ ਦਰਸ਼ਨ ਦੀਦਾਰਿਆਂ ਦੀ ਅਦਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਲਾਈ ਤੇਗ ਵਾਹੀ ਦੇਖ ਕੇ ਡਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਾਂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਚਰਨੀਆਂ ਤੇ ਚੜੇ ਤਨ ਆਰਨ ਚਰਾਏ ਗਏ ਆਪ ਜਿਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਸਦਕ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਇਹਨਾਂ ਸਦਕਵਾਨਾਂ ਸਿੰਘਾਂ ਸੁਣੀਆਂ ਕੋ ਝਿੰਗੀਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰੇ ਧਿਆਨ ਧਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤਿ ਆਵੈ ਜਿਤਿ ਆਵ ਕਾ ਸਤਿਕਾਰ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਦਰ ਚਾਰੇ ਆਏ ਦੇਗ ਤੇਗ ਫਤਿਹ ਬਿਰਧ ਕੀ ਬਾਜ ਪੰਥ ਕੀ ਜੀਸ ਸੰਗ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਉਤਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਤ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਪਟਾਲ ਤਨ ਕੀ ਜਾ ਜੈਕਾਰ ਹੋਵੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਚੀ ਮਤ ਪਾਦੇ ਰੱਖਿਆ ਵਾਹਿਗੁਰੂ ਤੇ ਅਕਾਲ ਪੁਰਖ ਆਪਣੀ ਪੰਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਜੰਗਰ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਣਾ ਤੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ
ਨਿਆਸਰਿਆਂ ਦੇ ਆਸਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ, ਪਿਤਾ ਗੁਰਦੇਵ ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਆਪ ਜੀਆਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬਨੇ ਜੋਦੜੀ ਪ੍ਰਾਰਥਨਾ ਕੀਤੀ। ਜਦ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਭੋਗਾਂ ਤੋਂ ਉਪਰੰਤ ਸੂਖਮ ਪਾਠ ਹੋਏ, ਪਾਠ ਸੇਵਾ ਸਮੂਹ ਕਰਦੇ ਪਾਤਸ਼ਾਹ ਜੀ ਪਹਿਲ ਕਰਦੇ ਆ। ਗੁਰਬਾਣੀ ਨੂੰ ਗਾਉਂਦੇ ਅੱਖਰ ਲਖਣਾ ਦੁੱਖ ਵੱਧ ਘੱਟ ਪੜਿਆ ਗਿਆ ਹੋਵੇ, ਭੁੱਲ ਚੁੱਕ ਮਾਫ ਕਰੇ ਸਤਿਗੁਰੂ। ਅੱਗੇ ਤੋਂ ਸੁਰਤੇ ਛਪੜ ਸੇਵਾ ਬਲ ਬਹੁਤ ਕਰਨਾ ਉਪਰੰਤ ਦੀਵਾਨ ਸੱਜੇ ਦੀਵਾਨਾਂ ਵਿੱਚ ਕੀਰਤਨ ਹੋਇਆ, ਕਥਾ ਹੋਈ, ਹਰ ਦਸ ਹੋਇਆ। ਪਾਸ਼ਾ ਕਿਰਪਾ ਕਰਨੀ, ਕਥਾ ਕੀਰਤਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਸਤਿਗੁਰੂ ਅੱਗੇ ਤੋਂ ਸੁਰਤੇ ਛਪੜ ਸੇਵਾ ਸੁਣ ਕਰਨ ਦਾ ਬਲ ਬਹੁਤ ਪਾਸ਼ਾ ਮਹਾਰਾਜ ਜੀਓ। ਭਾਈ ਬਲਦੇਵ ਸਿੰਘ ਦੇ ਪਾਸ਼ਾ ਮਹਾਰਾਜ ਕਥਾ ਕੀਰਤਨ ਪਾਠ ਪਾਸ਼ਾ ਮਹਾਰਾਜ ਜੀਓ ਦੂਰੋਂ ਨੇੜੇ ਆਈਆਂ ਸਾਨੂੰ ਸ਼ਰਧਾ ਦੇ ਫੁੱਲ ਭੇਟ ਕੇ ਕਿਰਪਾ ਕਰਨੀ ਪਾਸ਼ਾ ਜੀਓ। ਇਸ ਦਾ ਮਹਾਤਮ ਭਾਈ ਸਾਹਿਬ ਦੀ ਆਤਮ ਬਖਸ਼ੀ ਕਰਨਾ, ਪਾਸ਼ਾ ਕਿਰਪਾ ਕਰਨੀ। ਅੰਗ ਸੰਗ ਸਦਾ ਚਰਨਾਂ ਲਾ ਕੇ ਰੱਖਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਹੁਤ ਬਖਸ਼ਣਾ ਕਿਰਪਾ ਕਰਨੀ। ਬੱਚਿਆਂ ਸਿਰ ਤੇ ਰਹਿਮਤ ਆਪਣੇ ਪਿਆਰ ਪ੍ਰੇਮ ਉਤਪਾਦ ਬਾਜ਼ਾਤ ਬਖਸ਼ ਜੀ ਕਿਰਪਾ ਕਰਨੀ। ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ, ਨਾਨਕ ਦਾਸ ਮੁਕਤੇ ਜੋ ਬੋਲੇ ਇਹਾਂ ਉਹਾਂ ਸਭ ਕਿਰਪਾ ਕਰਨੀ। ਪਰਿਵਾਰ ਸਿਰ ਤੇ ਰਹਿਮਤ ਪ੍ਰਸੰਨ ਪਾਸ਼ਾ ਜੀਓ, ਭਾਣਾ ਮੰਨਣ ਦਾ ਬਲ ਬਹੁਤ ਬਖਸ਼ ਕਰਨਾ। ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ, ਦਰ ਪਰਿਵਾਰ ਕਰਨ ਤਿਲ ਫੁੱਲ ਭੇਟਾਵਾਂ, ਦਰ ਪਰਿਵਾਰ ਕਰਨੀ ਆਪਣੇ ਦਰੋਂ ਕਰੋ ਨਾਮ ਦਾਨ। ਗੁਰਸਿੱਖੀ ਜੀਵਨ ਸਦਿਕ ਭਰੋਸਾ ਬਖਸ਼ ਕਰਨਾ ਪਾਸ਼ਾ। ਜਿਨ੍ਹਾਂ ਸੰਗਤਾਂ ਨੇ ਬਿਲਡਿੰਗ ਫੰਡ ਵਿੱਚ ਹਿੱਸੇ ਪਾਏ, ਦੇਗਾਂ ਹਿੱਸੇ ਪਾਏ, ਸਤਿਗੁਰੂ ਲੰਗਰਾਂ ਹਿੱਸੇ ਪਾਏ, ਤਿੰਨਾਂ ਦੀਆਂ ਭੇਟਾਵਾਂ ਦਰ ਪਰਿਵਾਰ ਕਰਨੀ ਕਿਰਪਾ ਕਰਨੀ ਪਾਸ਼ਾ ਜੀਓ। ਅੰਗ ਸੰਗ ਸਹਾਇਤਾ ਕਰਨੀ ਪਾਸ਼ਾ ਦੀਆਂ ਬਖਸ਼ ਦਾਤਾਂ ਸਤਿਗੁਰੂ। ਦੇਗ ਸੱਜ ਕੇ ਹਾਜ਼ਰ ਹੈ, ਪ੍ਰਵਾਨ ਹੋਇਆ ਪ੍ਰਸ਼ਾਦ, ਸਾਧ ਸੰਗਤ ਵਰਤਾਉਂਦੀ ਆਗਿਆ ਹੋਵੇ। ਜੋ ਜੀ ਸਕੇ ਪਵਿੱਤਰ ਨਾਮ ਸਤਿਨਾਮ ਵਾਹਿਗੁਰੂ ਜੀ ਤੇ ਕਲਾ ਆਪਦੇ ਨਾਮ ਦੀ ਵਰਤੀ ਕਿਰਪਾ ਕਰਨੀ ਕਰ ਕਿਰਪਾ ਜੀਓ। ਹੁਕਮਨਾਮ ਬਖਸ਼ੋ, ਹੁਕਮ ਦੇ ਚੱਲਣ ਦੀ ਸਮਰੱਥਾ, ਸੋਝੀ ਬਖਸ਼ੋ, ਸੁਖ ਹੋਵੇ ਨਾਮ ਜਿਤੇ ਆਵੇ। ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੀ, ਓ ਪੰਥ ਸਭ ਸਿੱਖਨ ਕੋ ਹੁਕਮ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਪ੍ਰਗਟ ਗੁਰਾਂ ਕੀ ਦਹੇ, ਜੋ ਪ੍ਰਭ ਕੋ ਮਿਲੇ ਉਚ ਹੈ, ਖੋਜ ਸ਼ਬਦ ਮੈਲੇ। ਰਾਜ ਕਰੇਗਾ ਆਕੀ ਰਹਿ ਨ ਕੋਏ, ਇੱਕ ਵਾਰ ਹੋਏ ਸਾ ਮਿਲेंगे, ਬਚੇ ਸ਼ਰਨ ਜੋ ਹੋਏ। ਵਾਹਿਗੁਰੂ ਨਾਮ ਜਹਾਂ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦ ਵਾਹਿਗੁਰੂ। ਵਾਹਿਗੁਰੂ ਨਾਮ ਜਹਾਜ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦ ਵਾਹਿਗੁਰੂ। ਪਾਰ ਉਤਾਰਨ ਹਾਰ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੇ ਮੇਰੀ। ਸੋ ਕਹੋ ਟਲ ਗੁਰ ਸੇਵੀਆ, ਐਨ ਸਹਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੇ
ਮਹਲਾ ਪੰਜਵਾ। ਕਾਚਾ ਧਨ ਸੰਚੈ ਮੂਰਖ ਗਵਾਰ, ਮਨ ਮੁਖ ਭੂਲੈ ਅੰਧ ਗਵਾਰ। ਵੇਖਿਆ ਕੈ ਤਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਕਾਚਾ ਧਨ ਸੰਚੈ ਮੂਰਖ ਗਵਾਰ, ਮਨ ਮੁਖ ਭੂਲੈ ਅੰਧ ਗਵਾਰ। ਵੇਖਿਆ ਕੈ ਧਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸਾਚਾ ਧਨ ਗੁਰਮਤਿ ਪਾਏ, ਕਾਚਾ ਧਨ ਫੁਨ ਆਵੈ ਜਾਏ। ਰਹਾਉ ਮਨ ਮੁਖ ਭੂਲੈ ਸਭ ਮਰਹਿ ਗਵਾਰ, ਭਵ ਜਲ ਡੂਬੇ ਨਾ ਉਰ ਬਾਰ ਨਾ ਪਾਰ। ਸਤਿਗੁਰ ਭੇਟ ਪੂਰੈ ਭਾਗ, ਸਾਚ ਰਤੈ ਅਹਨਸ ਬੈਰਾਗ। ਚੌ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ, ਪੂਰੈ ਭਾਗ ਹਰ ਨਾਮ ਸਮਾਣੇ। ਸਿੱਧ ਸਾਧਕ ਤਰਸੈ ਸਭ ਲੋਏ, ਪੂਰੈ ਭਾਗ ਪ੍ਰਾਪਤ ਹੋਏ। ਸਭ ਕਿਛ ਸਾਚਾ ਸਾਚਾ ਹੈ ਸੋਏ, ਉਤਮ ਬ੍ਰਹਮ ਪਛਾਣੈ ਕੋਏ। ਸੱਚ ਸਾਚਾ ਸੱਚ ਆਪ ਦ੍ਰਿੜਾਏ, ਨਾਨਕ ਆਪੈ ਵੇਖੇ ਆਪੇ ਸਚ ਲਾਏ। ਸਭ ਕਿਛ ਸਾਚਾ ਸਾਚਾ ਹੈ ਸੋਏ, ਉਤਮ ਬ੍ਰਹਮ ਪਛਾਣੈ ਕੋਏ। ਸੱਚ ਸਾਚਾ ਸੱਚ ਆਪ ਦ੍ਰਿੜਾਏ, ਨਾਨਕ ਆਪੈ ਵੇਖੈ ਆਪੇ ਸਚ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਜਪੈ।
ਆਦ ਸਚ ਜੁਗਾਦ ਸਚ ਹੈ ਭੀ ਸਚ, ਨਾਨਕ ਹੋਸੀ ਭੀ ਸਚ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪਿ। ਆਦ ਸਚ ਜੁਗਾਦ ਸਚ ਹੈ ਭੀ ਸਚ, ਨਾਨਕ ਹੋਸੀ ਭੀ ਸਚ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪਿ। ਆਦ ਸਚ ਜੁਗਾਦ ਸਚ ਹੈ ਭੀ ਸਚ, ਨਾਨਕ ਹੋਸੀ ਭੀ ਸਚ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪਿ। ਆਦ ਸਚ ਜੁਗਾਦ ਸਚ ਹੈ ਭੀ ਸਚ, ਨਾਨਕ ਹੋਸੀ ਭੀ ਸਚ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪਿ। ਆਦ ਸਚ ਜੁਗਾਦ ਸਚ ਹੈ ਭੀ ਸਚ, ਨਾਨਕ ਹੋਸੀ ਭੀ ਸਚ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਭਲੀ ਭਾਂਤ ਜਾਣੂ ਹੀ ਹਨ। ਅੱਜ ਬਲਦੇਵ ਸਿੰਘ ਜੀ ਜੋ ਸਾਡੇ ਵਿੱਚ ਨਹੀਂ ਰਹੇ, ਗੁਰੂ ਮਹਾਰਾਜ ਦੇ ਬਖਸ਼ੀ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ ਕੁਝ ਦਿਨ ਪਹਿਲਾਂ। ਉਹਨਾਂ ਦੇ ਨਿਮਿਤ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਪਏ ਹਨ। ਪਰਿਵਾਰ ਨੇ 3 ਦਿਨਾਂ ਤੋਂ ਹਾਜ਼ਰੀ ਭਰੀ ਹੈ। ਇਹ ਗੱਲ ਮੈਂ ਸਪੈਸ਼ਲ ਇਸ ਕਰਕੇ ਕਹਿ ਰਿਹਾ, ਜੋ ਸਾਡੇ ਰੀਤ ਬਣ ਚੁੱਕੀ ਹੈ, ਅਖੰਡ ਪਾਠ ਸਾਹਿਬ ਆਰੰਭ ਹੋਏ ਤੇ ਪਰਿਵਾਰ ਦੇ ਜੀ 3 ਦਿਨਾਂ ਦੇ ਵਿੱਚ ਨਜ਼ਰ ਵੀ ਨਹੀਂ ਆਉਂਦੇ। ਭੋਗ ਦੀ ਆਰੰਭਤਾ ਦੀ ਅਰਦਾਸ ਤੇ ਆਏ, ਮੱਧ ਦੀ ਅਰਦਾਸ ਤੇ ਆਏ ਤੇ ਭੋਗ ਦੀ ਅਰਦਾਸ ਤੇ ਪਹੁੰਚੇ। ਬਸ ਇਸ ਪਰਿਵਾਰ ਦੇ ਨਾਲ ਮੇਰੀ ਨੇੜਤਾ ਕਰਕੇ ਨਹੀਂ, ਮੈਂ 3 ਦਿਨਾਂ ਤੋਂ ਹਾਜ਼ਰੀ ਭਰਦਾ ਰਿਹਾ। ਸਵੇਰ ਤੋਂ ਸ਼ਾਮ ਤੱਕ ਸਾਰੇ ਪਰਿਵਾਰ ਦੇ ਜੀ ਗੁਰੂ ਘਰ ਵਿਖੇ ਹਾਜ਼ਰੀ ਭਰਦੇ ਰਹੇ ਹਨ, ਪਾਠ ਸਰਵਣ ਕਰਦੇ ਰਹੇ ਹਨ। ਸੋ ਸੰਗਤਾਂ ਨੂੰ ਅਪੀਲ ਹੈ ਕਿ ਅਸੀਂ ਪਿਛਲੇ ਹਫਤੇ ਵੀ, ਪਿਛਲੇ ਸਮਾਗਮਾਂ ਦੇ ਟਾਈਮ ਵੀ ਬੇਨਤੀ ਕੀਤੀ ਸੀ, ਅਸੀਂ ਅਵੇਸਲੇਪਣ ਦੇ ਸ਼ਿਕਾਰ ਹੋ ਕੇ, ਸਾਡੀ ਕੌਮ ਅਵੇਸਲੇਪਣ ਦਾ ਸ਼ਿਕਾਰ ਹੋ ਕੇ ਨਿਘਾਰ ਵੱਲ ਜਾ ਰਹੇ ਹਾਂ। ਇਹੋ ਜਿਹੇ ਪਰਿਵਾਰਾਂ ਤੋਂ ਸਬਕ ਲੈਣਾ ਚਾਹੀਦਾ ਹੈ, ਉਦਾਹਰਨ ਲੈਣੀ ਚਾਹੀਦੀ ਹੈ। ਜਦੋਂ ਅਸੀਂ ਗੁਰੂ ਘਰ ਵਿਖੇ ਅਖੰਡ ਪਾਠ ਸਾਹਿਬ ਆਰੰਭ ਕਰਵਾਈਏ ਤਾਂ ਜਿੰਨੇ ਵੀ ਵੱਧ ਤੋਂ ਵੱਧ ਜੀ ਪਰਿਵਾਰ ਦੇ ਹਾਜ਼ਰੀ ਭਰ ਸਕਣ, ਭਰਿਆ ਕਰਨ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਥੋੜ੍ਹੀ ਦੇਰ ਲਈ ਇਕਾਗਰਤਾ ਬਣਾਈ ਰੱਖਣ। ਹੁਣ ਮੈਂ ਬੇਨਤੀ ਕਰਾਂਗਾ ਪਰਿਵਾਰ ਦੇ ਵੱਡੇ ਭਾਈ ਹਰਜਿੰਦਰ ਸਿੰਘ ਨੂੰ ਕਿ ਗੁਰੂ ਘਰ ਦੀ ਬਖਸ਼ਿਸ਼ ਸਿਰੋਂ ਪਾਓ ਪ੍ਰਾਪਤ ਕਰਨ। ਭਾਈ ਹਰਜਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਉਸ ਦੇ ਵਿੱਚ ਜੋ ਵੀਰ ਵੱਧ ਚੜ੍ਹ ਕੇ ਭਾਈ ਜਗਵੰਤ ਸਿੰਘ ਲਹਿਰਾ 2 ਮਿੰਟ ਦੇ ਲਈ ਉਹ ਉਹਨਾਂ ਦੇ ਨਾਲ ਭਾਈ ਅਵਤਾਰ ਸਿੰਘ ਜੀ ਖਾਲਸਾ, ਜਿਨ੍ਹਾਂ ਵੀ ਵੀਰਾਂ ਨੇ 1-2 ਮਿੰਟ ਲਈ ਟਾਈਮ ਲੈਣਾ ਹੈ। ਉਹਨਾਂ ਦੇ ਨਾਲ ਭਾਈ ਮਨਜੀਤ ਸਿੰਘ ਜੀ, ਉਹਨਾਂ ਤੋਂ ਬਾਅਦ ਮਨਜੀਤ ਸਿੰਘ ਜੀ ਰੋਮਾ ਤੋਂ, ਗੁਰਚਰਨ ਸਿੰਘ ਜੀ ਭੁੰਗਰਨੀ, ਉਹਨਾਂ ਤੋਂ ਬਾਅਦ ਭਾਈ ਅਜੀਤ ਸਿੰਘ ਜੀ ਥਿੰਦ, ਭਾਈ ਰਾਜਵਿੰਦਰ ਸਿੰਘ ਜੀ ਰਾਜਾ। ਇਹਨਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਸਟੇਜ ਦਾ ਸਮਾਂ ਸੰਕੋਚਦੇ ਹੋਏ ਸਾਰੇ 2-2 ਮਿੰਟ ਲਈ ਆਪਣੇ ਵਿਚਾਰ ਭਾਈ ਬਲਦੇਵ ਸਿੰਘ ਜੀ ਦੀ ਸ਼ਰਧਾ ਦੇ ਵਿੱਚ, ਸ਼ਰਧਾ ਦੇ ਫੁੱਲ ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਧੰਨ ਧੰਨ ਦੇ ਯੋਗ ਹੋ ਜੋ ਪਰਿਵਾਰ ਸਮੇਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦੇ ਵਿੱਚ ਬੈਠੇ ਬਾਣੀ ਦਾ ਨਿੱਘ ਮਾਣ ਰਹੇ ਹੋ। ਸੋ ਸੱਚੇ ਪਾਤਸ਼ਾਹ ਜੋ ਵੀ ਦੂਰ ਦਰਾਡੇ ਤੋਂ ਸੰਗਤਾਂ ਦੇ ਰੂਪ ਦੇ ਵਿੱਚ, ਰਿਸ਼ਤੇਦਾਰੀ ਦੇ ਰੂਪ ਦੇ ਵਿੱਚ ਭੈਣ ਭਾਈ ਪਹੁੰਚੇ ਹਨ, ਅਸੀਂ ਆਪਣੇ ਵੱਲੋਂ ਅਤੇ ਇਸ ਪਰਿਵਾਰ ਵੱਲੋਂ ਉਹਨਾਂ ਸਭਨਾਂ ਨੂੰ ਜੀ ਆਇਆਂ ਆਖਦੇ ਹਾਂ। ਵੈਸੇ ਤਾਂ ਸਾਡੇ ਬੋਲਣ ਲਈ ਕੋਈ ਲਫ਼ਜ਼ ਕੀਰਤਨੀ ਜਥੇ ਨੇ ਰਹਿਣ ਨਹੀਂ ਦਿੱਤੇ, ਪਰ ਫਿਰ ਵੀ ਜੋ ਦੁਨਿਆਵੀ ਫਰਜ਼ ਬਣਦਾ ਹੈ, ਅੱਜ ਜੋ ਸਾਡੇ ਬਜ਼ੁਰਗ ਸਰਦਾਰ ਬਲਦੇਵ ਸਿੰਘ ਜੀ ਇਸ ਪਰਿਵਾਰ ਵਿੱਚ ਨਹੀਂ ਰਹੇ, ਪਰ ਰੂਹ ਦੇ ਤੌਰ 'ਤੇ ਇਸ ਪਰਿਵਾਰ ਦੇ ਵਿੱਚ ਹੀ ਹਨ। ਸੋ ਅਸੀਂ ਇਹ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੁੰਦੇ ਹਾਂ ਅਤੇ ਇਸ ਪਰਿਵਾਰ ਨੂੰ ਜੋ ਬਜ਼ੁਰਗਾਂ ਵਾਲੀ ਸੇਵਾ ਸੀ, ਉਹ ਪਰਿਵਾਰ ਹੁਣ ਉਹਨਾਂ ਦੀ ਜਗ੍ਹਾ ਵੱਡੇ ਸਪੁੱਤਰ ਸਾਹਿਬ ਅਤੇ ਸਮੂਹ ਪਰਿਵਾਰ ਨਿਭਾਉਣਗੇ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਇਸ ਪਰਿਵਾਰ ਨੂੰ ਇਹੋ ਜਿਹੇ ਦੁੱਖ ਦੀ ਘੜੀ ਦੇ ਵਿੱਚ ਭਾਣਾ ਮੰਨਣ ਦਾ ਬਲ ਬਖਸ਼ੇ, ਜਿੱਥੇ ਅਸੀਂ ਆਪਣੇ ਵੱਲੋਂ ਅਤੇ ਆਪਣੀ ਪਾਰਟੀ ਵੱਲੋਂ ਇਸ ਪਰਿਵਾਰ ਦੇ ਨਾਲ ਨਜ਼ਦੀਕੇ ਸੰਬੰਧ ਰੱਖਦੇ ਹੋਏ ਇਸ ਜਗ੍ਹਾ ਦਾ ਸਾਨੂੰ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਫਿਰ ਦੁਬਾਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਅਨਕੋਟ ਧੰਨਵਾਦ ਕਰਦੇ ਹਾਂ। ਸੱਚੇ ਪਾਤਸ਼ਾਹ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਭਾਈ ਅਵਤਾਰ ਸਿੰਘ ਜੀ ਖਾਲਸਾ, ਉਹਨਾਂ ਨੂੰ ਵੀ ਬੇਨਤੀ ਹੈ 2 ਮਿੰਟ ਦੇ ਲਈ ਆਪਣੇ ਵਿਚਾਰ ਸਾਂਝੇ ਕਰਨ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਰ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਕ ਬਹੁਤ ਹੀ ਦੁਖਦਾਈ ਘਟਨਾ ਦੇ ਵਿੱਚ ਆਏ ਹਾਂ। ਦੁਖਦਾਈ ਪਰਿਵਾਰ ਨਾਲ ਜੋ ਸਾਡਾ ਆਪਦਾ ਪਰਿਵਾਰ ਹੈ, ਭਾਈ ਬਲਦੇਵ ਸਿੰਘ ਜੀ ਕਾਲੂ ਸਾਹਿਬ ਜੋ ਸਾਡੇ ਬਜ਼ੁਰਗ ਸਨ, ਉਹਨਾਂ ਦੇ ਸਪੁੱਤਰ ਸਰਦਾਰ ਸੁਖਜਿੰਦਰ ਸਿੰਘ ਜੀ ਕਾਲੂ ਜੋ ਸਾਡੇ ਨਾਲ ਪਾਰਟੀ ਦੇ ਵਿੱਚ ਬਹੁਤ ਸਮੇਂ ਤੋਂ ਸੇਵਾ ਕਰ ਰਹੇ ਨੇ। ਉਹਨਾਂ ਦੇ ਚਲੋ ਦੁੱਖ ਤਾਂ ਸਾਰਾ ਆਪਾਂ ਪਤਾ ਹੀ ਹੁੰਦਾ ਜਿੰਨਾ ਹੁੰਦਾ, ਪਰ ਇੱਕ ਚੀਜ਼ ਮੈਂ ਇਸ ਪਰਿਵਾਰ ਨਾਲ ਨਿੱਜੀ ਤੌਰ 'ਤੇ ਬਹੁਤ ਸਮੇਂ ਤੋਂ ਜੁੜਿਆ ਹੋਇਆ, ਆਉਂਦਾ ਜਾਂਦਾ ਪਰਿਵਾਰ ਵਿੱਚ ਰਿਹਾ, ਪਰ ਇੱਕ ਚੀਜ਼ ਮੈਨੂੰ ਇੱਥੋਂ ਮਿਲੀ ਆ, ਮੈਂ ਦੇਖੀ ਵੀ ਆ, ਤੁਹਾਨੂੰ ਬੇਨਤੀ ਵੀ ਕਰੂੰਗਾ, ਜੋ ਇਹਨਾਂ ਤੋਂ ਸਿੱਖਣ ਦੀ ਜ਼ਰੂਰਤ ਆ। 17 ਸਾਲ ਉਹਨਾਂ ਬਜ਼ੁਰਗਾਂ ਦੀ ਸੇਵਾ ਇਹਨਾਂ ਨੇ ਜੋ ਕੀਤੀ ਆ ਨਾ, ਉਹ ਇੱਕ ਮਿਸਾਲ ਆ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਾਂਗਾ ਕਿ ਇਹ ਜਿਹੇ ਔਲਾਦ, ਇਹ ਜਿਹੇ ਬੱਚੇ ਹਰ ਇੱਕ ਨੂੰ ਬਖਸ਼ਿਸ਼ ਕਰੇ ਪ੍ਰਮਾਤਮਾ ਸਤਿਗੁਰ ਸੱਚੇ ਪਾਤਸ਼ਾਹ, ਹਰ ਇੱਕ ਨੂੰ ਇਹੋ ਜਿਹੀ ਬੁੱਧੀ ਬਖਸ਼ਿਸ਼ ਕਰੇ। ਜੋ ਬਜ਼ੁਰਗਾਂ ਦੀ ਇੰਨੀ ਸੇਵਾ ਇਹਨਾਂ ਨੇ ਕੀਤੀ ਆ, ਮੈਂ ਇਹਨਾਂ ਦੀ ਕੋਈ, ਮੇਰੇ ਕੋਲ ਲਫ਼ਜ਼ ਨਹੀਂ ਜੋ ਇਹਨਾਂ ਨੂੰ ਸ਼ਾਬਾਸ਼ ਦੇ ਸਕੀਏ। ਪ੍ਰਮਾਤਮਾ ਅੱਗੇ ਇਹੀ ਅਰਦਾਸ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਬਜ਼ੁਰਗਾਂ ਨੂੰ, ਸਰਦਾਰ ਬਲਦੇਵ ਸਿੰਘ ਜੀ ਕਾਲੂ ਸਾਹਿਬ ਨੂੰ ਆਪਦੇ ਚਰਨਾਂ ਵਿੱਚ ਨਿਵਾਸ ਬਖਸ਼ਣ, ਅਤੇ ਸਾਡੀ ਪਾਰਟੀ, ਸਾਡੇ ਸਾਰੇ ਜੋ ਵਰਕਰ ਸਾਹਿਬਾਨ ਇਹਨਾਂ ਦੇ ਨਾਲ ਨੇ, ਜੋ ਸਾਡੇ ਸਿਰ ਬਹੁਤ ਹੀ ਜ਼ਿੰਮੇਵਾਰ ਪਾਰਟੀ ਦੇ ਲੀਡਰ ਨੇ ਕਾਲੂ ਸਾਹਿਬ, ਇਹਨਾਂ ਦੇ ਨਾਲ ਹਮੇਸ਼ਾ ਨਾਲ ਰਹਾਂਗੇ। ਅਤੇ ਸਾਰੀਆਂ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸਮਾਂ ਬਖਸ਼ਿਆ ਅਤੇ ਆਪ ਜੀ ਦੇ ਦਰਸ਼ਨ ਹੋਏ। ਪਰਿਵਾਰ ਦੇ ਹਮੇਸ਼ਾ ਨਾਲ ਆ। ਪਰਮਾਤਮਾ ਅੱਗੇ ਹੀ ਅਰਦਾਸ ਕਰਿਓ ਕਿ ਇਹਨਾਂ ਨੂੰ ਬਲ ਬੁੱਧੀ ਰੋਸ਼ਨ ਦਿਮਾਗ ਬਖਸ਼ਣ ਕੇ ਪਰਿਵਾਰ ਵਿੱਚ ਪਿਆਰ ਥਵਾਗ ਏਕਤਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਕੋਲੋਂ ਮਾਫੀ ਦੇ ਹੱਕਦਾਰ ਹਾਂ, ਥੋੜ੍ਹੀ ਇਕਾਗਰਤਾ ਬਣਾਈ ਰੱਖਣ। ਭਾਈ ਮਨਜੀਤ ਸਿੰਘ ਜੀ ਰੋਮਾ, ਉਹਨਾਂ ਨੂੰ ਵੀ ਬੇਨਤੀ ਹੈ 2 ਮਿੰਟ ਦੇ ਲਈ। ਉਹਨਾਂ ਦੇ ਬਾਅਦ ਭਾਈ ਗੁਰਚਰਨ ਸਿੰਘ ਭੁੰਗਰਨੀ, ਇਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ 2 ਸ਼ਬਦ
ਬੋਲਣਗੇ ਜੀ। ਉਹਨਾਂ ਤੋਂ ਬਾਅਦ ਭਾਈ ਜੀਤ ਸਿੰਘ ਜੀ ਤੇ ਰਾਜਵਿੰਦਰ ਸਿੰਘ ਜੀ ਰਾਜਾ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਸਾਧ ਸੰਗਤ ਜੀਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬਾਂ ਦੀ ਹਜ਼ੂਰੀ ਵਿੱਚ ਜੁੜ ਮਿਲ ਬੈਠੇ ਹਾਂ। ਉਸ ਵਿਛੜੀ ਹੋਈ ਆਤਮਾ ਜਿਹੜੇ ਭਾਈ ਬਲਦੇਵ ਸਿੰਘ ਜੀ, ਸਾਡੇ ਵੀਰ ਸੁਖਜਿੰਦਰ ਸਿੰਘ ਜੀ ਕਾਲੜੂ ਸਾਹਿਬ, ਉਹਨਾਂ ਦੇ ਪਿਤਾ ਜੀ, ਜੋ ਕਾਫੀ ਸਮੇਂ ਤੋਂ ਪਹਿਲਾਂ ਬਿਮਾਰ ਸਨ। ਉਹਨਾਂ ਦਾ ਇੱਕ ਐਕਸੀਡੈਂਟ ਹੋ ਗਿਆ ਸੀ। 16-17 ਸਾਲ ਜੋ ਇਸ ਪਰਿਵਾਰ ਨੇ ਆਪਣੇ ਪਿਤਾ ਜੀ ਦੀ ਜਿਹੜੀ ਸੇਵਾ ਕੀਤੀ ਹੈ, ਉਹ ਆਪਾਂ ਸਾਰੇ ਹੀ ਜਾਣਦੇ ਹਾਂ। ਤੋਂ ਪਿਛਲੇ 15 ਕੁ ਦਿਨਾਂ ਤੋਂ ਤਕਰੀਬਨ ਲਗਭਗ ਗੁਰੂ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ ਆਗੇ ਮਿਲਣ ਕੇ ਨਾ। ਸੋ ਇਹ ਵਿਛੋੜਾ ਜਿਹੜਾ ਹੈ ਸਾਡਾ ਸਾਰਿਆਂ ਦੇ ਉੱਤੇ ਆਉਣਾ। ਕੋਈ ਕਿਸੇ ਦਾ ਟਾਈਮ ਅੱਜ ਦਾ ਹੈ, ਕਿਸੇ ਦਾ ਕੱਲ੍ਹ ਦਾ, ਕਿਸੇ ਦਾ ਪਰਸੋਂ ਦਾ। ਮਹਾਰਾਜ ਕਹਿੰਦੇ ਹਨ, ਰਾਣਾ ਰਾਓ ਨਾ ਕੋ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਚੱਲੇ ਮਸਾਏ ਕਪੀਰ। ਸੋ ਸਾਰਿਆਂ ਨੇ ਜਿੱਦਾਂ ਜਿੱਦਾਂ ਸਮਾਂ ਆਉਂਦਾ ਹੈ, ਉਸ ਸਮੇਂ ਅਨੁਸਾਰ ਕੋਈ ਨਾ ਕੋਈ ਬਹਾਨਾ ਬਣ ਕੇ ਇੱਥੋਂ ਜੋ ਸੰਸਾਰ ਦੇ ਵਿੱਚ ਅਸੀਂ ਜਦੋਂ ਜਨਮ ਲੈਂਦੇ ਹਾਂ, ਮਹਾਰਾਜ ਕਹਿੰਦੇ ਹਨ, ਮਰਨ ਲਿਖਾਏ ਮੰਡਲ ਮੈਂ ਆਏ। ਜਦੋਂ ਇਨਸਾਨ ਜੰਮਦਾ ਹੈ, ਉਹ ਆਪਣਾ ਮਰਨ ਵੀ ਪਹਿਲਾਂ ਹੀ ਲਿਖਾ ਕੇ ਇਸ ਸੰਸਾਰ ਵਿੱਚ ਆਉਂਦਾ ਹੈ। ਸੋ ਬਹਾਨਾ ਬਣ ਜਾਂਦਾ। ਮਾਤਾ ਪਿਤਾ ਦੀ ਜਿਹੜੀ ਸਾਡੀ ਘਾਟ ਹੈ, ਉਹ ਕਦੀ ਵੀ ਪੂਰੀ ਨਹੀਂ ਹੁੰਦੀ। ਸੋ ਸਾਡੇ ਕੋਲ ਇੱਕ ਗੁਰਬਾਣੀ ਦਾ ਬਹੁਤ ਹੀ ਵੱਡਾ ਅਥਾਹ ਸੋਮਾ ਹੈ, ਜੋ ਅਸੀਂ ਉਹ ਇਸ ਵਿਛੋੜੇ ਨੂੰ ਗੁਰਬਾਣੀ ਅਨੁਸਾਰ ਆਪਣੇ ਜੀਵਨ ਦੇ ਜਿਹੜੇ ਪਲ ਹਨ, ਗੁਰਬਾਣੀ ਦੇ ਜਿਹੜੇ ਸ਼ਬਦ ਹਨ, ਉਹ ਅਸੀਂ ਆਪਣੇ ਹਿਰਦੇ ਵਿੱਚ ਵਸਾ ਕੇ ਉਸ ਵਿਛੋੜੇ ਨੂੰ ਸਿਆ ਜਾਂਦਾ ਹੈ। ਸੋ ਗੁਰੂ ਸਾਹਿਬ ਜੀ ਨੇ ਸਾਡੇ ਉੱਤੇ ਏਡੀ ਵੱਡੀ ਕਿਰਪਾ ਕੀਤੀ ਹੈ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਇੱਕ ਏਡੀ ਵੱਡੀ ਅਪਾਰ ਜਿਹੜੀ ਕਿਰਪਾ ਹੈ ਗੁਰੂ ਸਾਹਿਬਾਂ ਦੀ, ਉਹ ਗੁਰਬਾਣੀ ਨੂੰ ਉਚਾਰਨ ਕੀਤਾ। ਤੇ ਅਸੀਂ ਉਹ ਗੁਰਬਾਣੀ ਦੇ ਆਸਰੇ ਜਿਹੜੇ ਇਹ ਵਿਛੋੜੇ ਹਨ, ਮਾਂ-ਬਾਪ ਦੇ, ਭੈਣ ਭਰਾਵਾਂ ਦੇ, ਸੱਜਣਾ ਮਿੱਤਰਾਂ ਦੇ, ਉਹ ਅਸੀਂ ਸਹਿੰਦੇ ਹਾਂ। ਸੋ ਗੁਰੂ ਪਾਤਸ਼ਾਹ ਅੱਗੇ ਇਹ ਅਰਦਾਸ ਹੈ ਕਿ ਉਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਆਵਾਗਾਉਣ ਦੇ ਚੱਕਰਾਂ ਵਿੱਚੋਂ ਬਚਾਵੇ। ਤੇ ਪਰਿਵਾਰ ਦੇ ਨਾਲ ਅਸੀਂ ਸਾਰੇ ਦੁੱਖ ਦੇ ਵਿੱਚ, ਇਹਨਾਂ ਦਾ ਦੁੱਖ ਜਦੋਂ ਅਸੀਂ ਕਿਸੇ ਵੀ ਪਰਿਵਾਰ ਨਾਲ ਆਉਂਦੇ ਹਾਂ ਤਾਂ ਉਹਨਾਂ ਦਾ ਦੁੱਖ ਵੰਡਾਇਆ ਜਾਂਦਾ ਹੈ। ਸੋ ਗੁਰੂ ਪਾਤਸ਼ਾਹ ਇਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ। ਆਈ ਹੋਈ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਬਾਅਦ ਭਾਈ ਜੀਤ ਸਿੰਘ ਜੀ ਥਿੰਦ, ਉਹਨਾਂ ਨੂੰ ਬੇਨਤੀ ਹੈ ਕਿ ਸੰਗਤਾਂ ਦੇ ਰੂਬਰੂ 2 ਸ਼ਬਦ 2 ਮਿੰਟ ਦੇ ਲਈ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਗੱਜ ਕੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਭਾਈ ਬਲਦੇਵ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਦੇ ਸੱਦੇ ਤੇ ਦੂਰ ਨੇੜੇ ਤੋਂ ਚੱਲ ਕਰਕੇ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਣ ਵਾਸਤੇ ਪਹੁੰਚੇ ਹਾਂ। ਸੋ ਦਾਸ ਵੀ ਤਕਰੀਬਨ ਉਹਨਾਂ ਦਾ ਪਰਿਵਾਰ ਵਰਗਾ ਰਿਸ਼ਤਾ ਹੈ। ਜਿਸ ਟਾਈਮ ਉਹਨਾਂ ਦਾ ਐਕਸੀਡੈਂਟ ਹੋਇਆ, ਉਸ ਟਾਈਮ ਵੀ ਦਾਸ ਨੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਪਰਿਵਾਰ ਦਾ ਸਾਥ ਦਿੱਤਾ। ਪਰ ਪਰਮਾਤਮਾ ਦੀ ਇੱਕ ਸੱਚਾਈ ਹੈ ਕਿ ਜੋ ਜੀ ਇੱਥੇ ਆਇਆ ਹੈ ਉਸ ਨੇ ਇੱਕ ਦਿਨ ਜਾਣਾ ਹੈ। ਇਹ ਜੋ ਅਟੱਲ ਸੱਚਾਈ ਹੈ, ਮੌਤ, ਜਿਸ ਨੂੰ ਅਸੀਂ ਭੁੱਲ ਬੈਠੇ ਹਾਂ, ਜਿਹੜੀਆਂ ਸੱਚੀ ਗੱਲ ਹੈ ਉਸ ਨੂੰ ਅਸੀਂ ਝੂਠ ਮੰਨੀ ਬੈਠੇ ਹਾਂ, ਤੇ ਜਿਹੜੀ ਗੱਲ ਝੂਠ ਹੈ ਉਸ ਨੂੰ ਸੱਚ ਮੰਨੀ ਬੈਠੇ ਹਾਂ।
ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜਿਹੜਾ ਵੀ ਜੀਵ ਇੱਥੇ ਆਇਆ ਹੈ ਉਸ ਨੇ ਇੱਕ ਦਿਨ ਇਸ ਸੰਸਾਰ ਤੋਂ ਜਾਣਾ ਹੈ, ਪਰ ਹਰ ਪ੍ਰਾਣੀ ਦਾ ਫਰਜ਼ ਹੈ ਆਪਾਂ ਐਸੇ ਕਰਮ ਕਰਕੇ ਇੱਥੇ ਜਗਤ ਦੇ ਵਿੱਚ ਜਾਈਏ, ਜਦੋਂ ਆਪਾਂ ਇਸ ਜਗਤ ਤੋਂ ਚਲੇ ਜਾਈਏ ਤੇ ਸੰਸਾਰ ਵਾਲੇ ਸਾਨੂੰ ਯਾਦ ਕਰਨ, ਸਾਡੀਆਂ ਮਿਸਾਲਾਂ ਦੇਣ। ਆਪਾਂ ਘਰ ਦੇ ਵਿੱਚ ਕੋਈ ਜੀਵ ਬਿਮਾਰ ਹੋ ਜਾਵੇ, ਉਸ ਨੂੰ ਹਫ਼ਤਾ 2 ਹਫ਼ਤੇ ਮਹੀਨੇ ਸਾਂਭਣਾ ਬੜਾ ਔਖਾ ਹੈ, ਪਰ ਇਸ ਪਰਿਵਾਰ ਦਾ ਸਿਦਕ ਹੈ ਜਿਨ੍ਹਾਂ ਨੇ ਆਪਣੇ ਪਿਤਾ ਦੀ ਸੇਵਾ ਤਕਰੀਬਨ 17-18 ਸਾਲ ਕੀਤੀ ਹੈ। ਹਰ ਇੱਕ ਬੱਚੇ ਦਾ ਫਰਜ਼ ਹੈ ਕਿ ਉਹ ਆਪਣੇ ਮਾਤਾ ਪਿਤਾ ਦਾ ਆਗਿਆਕਾਰੀ ਹੋਵੇ, ਉਹਨਾਂ ਦੀ ਸੇਵਾ ਕਰੇ। ਆਪਾਂ ਬਾਣੀ ਦੇ ਵਿੱਚ ਵੀ ਸੁਣਦੇ ਹਾਂ ਕਿ ਮਾਤਾ ਪਿਤਾ ਦੀ ਸੇਵਾ ਕਰੋ, ਸਭ ਤੋਂ ਪਹਿਲਾਂ ਉੱਤਮ ਕਰਮ ਹੈ। ਜੇ ਆਪਾਂ ਮਾਤਾ ਪਿਤਾ ਨੂੰ ਜੀਂਦੇ ਨੂੰ ਪਾਣੀ ਦਾ ਘੁੱਟ ਨਹੀਂ ਪੁੱਛਦੇ, ਬਾਅਦ ਦੇ ਵਿੱਚ ਆਪਾਂ ਲੰਗਰ ਕਰਾਉਂਦੇ ਹਾਂ, ਉਸ ਦਾ ਕੋਈ ਫਾਇਦਾ ਨਹੀਂ ਹੈ। ਜੀਂਦੇ ਜੀ ਮਾਤਾ ਪਿਤਾ ਦੀ ਸੇਵਾ ਕਰੋ, ਉਸ ਦੇ ਵਿੱਚ ਹੀ ਗੁਰੂ ਦੇ ਦਰਸ਼ਨ ਹਨ, ਰੱਬ ਦੇ ਦਰਸ਼ਨ ਹਨ। ਮਾਤਾ ਦਾ ਦਰਜਾ ਤੇ ਮਾਂ ਪਿਓ ਦਾ ਦਰਜਾ ਪਰਮਾਤਮਾ ਨੇ ਸਭ ਤੋਂ ਉੱਪਰ ਦਿੱਤਾ ਹੈ। ਸੋ ਅੱਜ ਅਸੀਂ ਉਸ ਪਰਿਵਾਰ ਦੇ ਨਾਲ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਣ ਵਾਸਤੇ ਸਾਰੀਆਂ ਸੰਗਤਾਂ ਪਹੁੰਚੀਆਂ ਹਨ। ਦੂਰ ਨੇੜੇ ਤੋਂ ਆਏ ਸਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਪਰਮਾਤਮਾ ਭਾਈ ਬਲਦੇਵ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਭੁੱਲ ਚੁੱਕ ਦੀ ਖਿਮਾ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਰਾਜਵਿੰਦਰ ਸਿੰਘ ਰਾਜਾ ਜੀ ਨੂੰ ਬੇਨਤੀ ਕਰਾਂਗਾ ਉਹ ਵੀ 2 ਮਿੰਟ ਦੇ ਲਈ ਸੰਗਤਾਂ ਦੇ ਰੂਬਰੂ ਹੋਣ। ਅਕਾਲੀ ਦਲ ਇਟਲੀ ਦੇ ਸਾਰੀ ਟੀਮ ਵੱਲੋਂ ਬਿਲਡਿੰਗ ਫੰਡ ਦੇ ਲਈ 500 ਯੂਰੋ ਦੀ ਭੇਟਾ ਸਾਨੂੰ ਇੱਥੇ ਪਹੁੰਚਦੀ ਕੀਤੀ ਹੈ, ਉਹਨਾਂ ਦਾ ਧੰਨਵਾਦ ਹੈ। ਸਾਰੀਆਂ ਸੰਗਤਾਂ ਦਾ ਆਈਆਂ ਸੰਗਤਾਂ ਦਾ ਪਰਿਵਾਰ ਵੱਲੋਂ ਧੰਨਵਾਦ ਹੈ। 2 ਮਿੰਟ ਲਈ ਭਾਈ ਰਾਜਵਿੰਦਰ ਸਿੰਘ ਜੀ ਰਾਜਾ ਨੇ ਲੈਣੇ ਹਨ, ਸੋ ਸੰਗਤਾਂ ਇਕਾਗਰਤਾ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੜੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਪੂਰਨ ਗੁਰੂ ਗ੍ਰੰਥ ਸਾਹਿਬ ਦੀ ਗੋਦ ਪ੍ਰਾਪਤ ਹੈ। ਇਹ ਸਮਾਂ ਸਾਧ ਸੰਗਤ ਜੀ ਬਹੁਤ ਕਰਮਾਂ ਨਾਲ ਮਿਲਦਾ ਹੈ ਕਿ ਸਬੱਬ ਬਣਦਾ ਹੈ। ਜਿਸ ਤਰ੍ਹਾਂ ਇੰਡੀਆ ਦੇ ਵਿੱਚ ਸੰਗਰਾਂਦ ਦਾ ਦਿਹਾੜਾ ਮਨਾਉਂਦੇ ਹਨ, ਇੱਕ ਸਬੱਬ ਬਣਿਆ ਹੈ, ਸਾਰੀ ਸੰਗਤ ਜਾਣਦੀ ਹੈ। ਇੱਥੇ ਜਿਤਨੇ ਵੀ ਵੀਰ ਸਾਰੇ ਭੈਣ ਭਰਾ ਹਨ, ਧੰਨਤਾ ਦੇ ਯੋਗ ਹਨ ਕਿ ਹਰ ਇੱਕ ਦੀ ਖਵਾਹਿਸ਼ ਹੈ ਆਪਣੇ ਕਾਰਜ ਮੁਕਾ ਕੇ ਆਪਾਂ ਗੁਰਦੁਆਰਾ ਸਾਹਿਬ ਜ਼ਰੂਰ ਮਹਾਰਾਜ ਦਰਸ਼ਨ ਕਰੀਏ। ਇਹ ਚੰਗੇ ਭਾਗ ਹਨ, ਵਡਭਾਗੇ ਹਾਂ। ਜੋ ਸਾਧ ਸੰਗਤ ਜੀ ਅੱਜ ਆਪਾਂ ਸਾਰੇ ਇਕੱਤਰ ਹੋਏ ਹਾਂ, ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਸਾਰੇ ਮੇਰੇ ਵੀਰ ਦੱਸ ਚੁੱਕੇ ਹਨ। ਪਰਿਵਾਰ ਨੂੰ ਇੱਕ ਬਹੁਤ ਵੱਡਾ ਸਦਮਾ ਹੈ, ਇਹ ਉਹੀ ਜਾਣਦਾ ਹੈ ਜਿਨ੍ਹਾਂ ਦੇ ਮਾਂ ਪਿਓ ਸਿਰ 'ਤੇ ਨਹੀਂ। ਕਿਉਂਕਿ ਆਪਾਂ ਜਿਉਂਦੇ ਮਾਂ ਬਾਪ ਦੀ ਬਹੁਤੀ ਕਦਰ ਨਹੀਂ ਕਰਦੇ। ਜਿਸ ਵੇਲੇ ਸਾਇਆ ਸਿਰ ਤੋਂ ਉੱਠ ਜਾਂਦਾ ਹੈ ਫਿਰ ਮਹਿਸੂਸ ਕਰਦੇ ਹਾਂ। ਮੇਰਾ ਖਿਆਲ ਆ ਵੀ ਆਪਾਂ ਜਿੰਨੇ ਵੀ ਪਰਿਵਾਰ ਇੱਥੇ ਬੈਠੇ ਹਾਂ, ਤਕਰੀਬਨ ਜਿਨ੍ਹਾਂ ਵਿੱਚੋਂ ਇੱਕ ਮੈਂ ਵੀ ਹਾਂ, ਜਿਨ੍ਹਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਮੈਂਬਰ ਘਰ ਨਹੀਂ, ਸਾਰੇ ਲੋਕ ਲੱਗੇ ਆ। ਪਰ ਜਿੰਨਾ ਚੱਕਰ ਮਾਂ-ਬਾਪ ਘਰ ਬੈਠੇ ਹੁੰਦੇ ਆ, ਉਹਨਾਂ ਨੂੰ ਪਤਾ ਹੁੰਦਾ ਬਈ ਅੱਜ ਪੁੱਤ ਨੇ ਫਲਾਈਟ ਲੈ ਕੇ ਦਿੱਲੀ ਜਾਂ ਅੰਮ੍ਰਿਤਸਰ ਉਤਰਨਾ, ਤਾਂ ਮਾਂ-ਬਾਪ ਪਹਿਲਾਂ ਹੀ ਉਹਨੂੰ ਪਤਾ ਹੁੰਦਾ ਮਾਂ ਨੂੰ ਵੀ ਮੇਰੇ ਪੁੱਤ ਨੂੰ ਕੀ ਪਸੰਦ ਆ, ਕੀ ਖਵਾਹਿਸ਼ ਹੈ ਉਹਦੀ ਬਚਪਨ ਦੀ, ਮਾਂ-ਬਾਪ ਤਿਆਰ ਕਰਕੇ ਰੱਖਦੇ ਆ। ਇੱਥੋਂ ਤੱਕ ਵੀ ਕੋਈ ਨਾਈਟ ਸੂਟ ਜਾਂ ਕੱਪੜਾ ਸਾਰੇ ਤਿਆਰ ਹੁੰਦਾ ਵੀ ਮੇਰੇ ਪੁੱਤ ਨੇ ਆਉਣਾ। ਅਜੇ ਪੁੱਤ ਨੂੰ 4 ਦਿਨ ਨਹੀਂ ਹੁੰਦੇ ਘਰ ਬੈਠੇ ਨੂੰ, ਤਾਂ ਮਾਂ ਪਹਿਲੇ ਪੁੱਛਣਾ ਸ਼ੁਰੂ ਕਰ ਦਿੰਦੀ ਆ, ਪੁੱਤ ਤੂੰ ਕਦੋਂ ਨੂੰ ਆਉਣਾ। ਸਾਡਾ ਦੋਸਤ ਆ ਬੌਸ ਸਾਹਿਬ ਗਏ ਸੀ ਇੰਡੀਆ, ਇਹਦੀ ਮਾਤਾ ਪੂਰੀ ਹੋ ਗਈ। ਇੰਡੀਆ ਨੂੰ ਗਿਆ ਤੇ ਮਾਤਾ ਪੂਰੀ ਹੋ ਗਈ। ਮੈਂ ਕਿਹਾ ਬੌਸ ਸਾਹਿਬ ਅੱਜ ਤੋਂ ਤੈਨੂੰ ਬਾਅਦ ਕਿਸੇ ਨੇ ਨਹੀਂ ਕਹਿਣਾ ਤੂੰ ਕਦੋਂ ਨੂੰ ਆਉਣਾ, ਇੱਕ ਮਾਂ ਹੀ ਆ ਜਿਹਨੇ ਪੁੱਛਣਾ ਤੈਨੂੰ ਪੁੱਤ ਕਦੋਂ ਨੂੰ ਵਾਪਸ ਆਉਣਾ। ਤੇ ਮੈਂ ਇਸ ਪਰਿਵਾਰ ਦਾ ਨਾ ਬਹੁਤ ਜ਼ਿਆਦਾ
ਕਲੋਜ਼ ਰਿਹਾ ਪਹਿਲੇ ਦਿਨ ਤੋਂ, ਕਿਉਂਕਿ ਮੇਰਾ ਖਿਆਲ ਹੈ ਵੀ ਸੁਖਵਿੰਦਰ ਹੁਣੀ ਤਾਂ ਬਾਅਦ 'ਚ ਆਏ ਆ, ਭਾਈ ਬਲਕਾਰ ਸਿੰਘ ਹੁਣੀ ਸਾਡੇ ਵਿੱਚ ਬੈਠੇ ਆ, ਇਹਨਾਂ ਦੇ ਨਾਲ ਭਾਈ ਬਲਦੇਵ ਸਿੰਘ ਹੁਣਾਂ ਨੇ ਮੇਰੇ ਕੋਲ ਆਉਣਾ, ਸ਼ੁਭ ਤੇ ਆਉਣਾ, ਚਾਹੇ ਘਰੇ ਆ ਜਾਣਾ, ਸਾਡਾ ਕਾਫੀ ਕਲੋਜ਼ ਸੀ। ਮੈਂ ਘਰੇ ਵੀ ਦੱਸਿਆ ਸੀ ਸੁਖਵਿੰਦਰ ਹੁਣਾਂ ਦੇ ਘਰੇ, ਮੈਂ ਕਿਹਾ ਹਰ ਵੇਲੇ ਖੁਸ਼ ਰਹਿਣਾ ਔਰ ਕਿਰਤ ਤੋਂ ਸਵਾਰ ਹੋਰ ਕੋਈ ਕੰਮ ਨਹੀਂ। ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਨੂੰ ਚੇਤਾ, ਇਹਨਾਂ ਨੇ ਸਿਆਲ ਨੂੰ ਵੀ ਕਈ ਵਾਰੀ ਮੂੰਹ ਬੰਨ੍ਹ ਕੇ, ਠੰਡ ਹੁੰਦੀ ਸੀ, ਸਕੂਟਰੀ 'ਤੇ ਚੱਲ ਕੇ ਆਉਣਾ ਦੋਨਾਂ ਜਾਣਿਆਂ ਨੇ। ਜਦੋਂ ਮੈਂ ਇਹਨਾਂ ਨੂੰ ਕੱਲਿਆਂ ਦੇਖਦਾ ਮੈਨੂੰ ਉਹਨਾਂ ਦੀ ਨਜ਼ਰ ਨਾਲ ਦੀਦੀ ਉਹਨਾਂ ਦੀ। ਸ਼ਾਬਾਸ਼ ਇਸ ਪਰਿਵਾਰ ਦੇ ਸਾਥ ਸੰਗਤ ਜੀ। ਆਪਾਂ ਕਾਂਗ ਸਾਹਿਬ ਪਹਿਲਾਂ ਦੱਸ ਚੁੱਕੇ ਹਨ ਕਿ ਪਰਿਵਾਰ ਨੇ ਤਿੰਨੇ ਦਿਨ ਕਿਸ ਤਰ੍ਹਾਂ ਹਾਜ਼ਰੀ ਭਰੀ, ਪਰ ਸਾਨੂੰ ਇਸ ਗੱਲ ਤੋਂ ਵੀ ਸਾਬਤ ਰਹਿਣਾ ਚਾਹੀਦਾ ਹੈ। 18 ਸਾਲ ਕੋਈ ਛੋਟੀ ਜਿਹੀ ਗੱਲ ਨਹੀਂ, ਕੋਈ 2-4 ਦਿਨ ਦੀ ਗੱਲ ਨਹੀਂ ਜਾਂ 18 ਦਿਨ ਦੀ ਗੱਲ ਨਹੀਂ। 18 ਸਾਲ ਹੋ ਗਏ ਐਕਸੀਡੈਂਟ ਹੋਏ ਨੂੰ। ਪਰਿਵਾਰ ਬਾਅਦ 'ਚ ਆਇਆ, ਬੱਚੇ ਬਾਅਦ 'ਚ ਆਏ। ਸਾਂਭ ਰੱਖਣਾ ਇਹ ਸਾਡਾ ਇੱਕ ਕਿੱਦਾਂ ਕਹਿ ਲਓ ਵੀ ਸਾਡਾ ਇੱਕ ਨਾ ਨਿੱਜੀ ਫਰਜ਼ ਬਣਦਾ, ਫੰਡਾਮੈਂਟਲ ਰਾਈਟ ਹੈ ਸਾਡਾ। ਪਰ ਜੋ ਹੁਣ ਮਾਹੌਲ ਹੈ ਇਸ ਵੇਲੇ ਸਾਧ ਸੰਗਤ ਜੀ, ਆਪਾਂ ਜੀਤ ਸਿੰਘ ਹੁਣੀ ਦੱਸ ਚੁੱਕੇ ਪਹਿਲਾਂ, ਜ਼ਰੂਰ ਸਾਡੀਆਂ ਭੈਣਾਂ ਦਾ ਜ਼ਰੂਰ ਫਰਜ਼ ਬਣਦਾ। ਜਦੋਂ ਇਸ ਦਰ ਤੇ ਬੱਚਿਆਂ ਨੂੰ ਲਿਆਵਾਂਗੇ, ਉਹ ਬੱਚਾ ਗੁਰੂ ਨਾਲ ਵੀ ਪ੍ਰੇਮ ਕਰੂਗਾ ਤਾਂ ਮਾਂ ਬਾਪ ਦੀ ਵੀ ਇੱਜ਼ਤ ਕਰੂਗਾ। ਸਾਡਾ ਮੇਨ ਮੂਲ ਆਹ ਆ ਸਾਧ ਸੰਗਤ ਜੀ, ਆ ਦਰ, ਗੁਰੂ ਦਾ ਦਰ। ਭੈਣੋ ਬੱਚਿਆਂ ਨੂੰ ਜ਼ਰੂਰ ਲੈ ਕੇ ਦਰਬਾਰ ਦੇ ਵਿੱਚ ਐਤਵਾਰ ਨੂੰ ਆਇਆ ਕਰੋ, ਖਾਸ ਕਰਕੇ ਜਿੰਨੇ ਛੋਟੇ ਬੱਚੇ ਆ। ਸਾਡੇ ਸੈਕਟਰੀ ਸਾਹਿਬ ਰੌਲਾ ਪਾਉਂਦੇ ਹਰ ਐਤਵਾਰ, ਬੀਬੀਓ ਬੱਚਿਆਂ ਨੂੰ ਲਿਆਇਆ ਕਰੋ, ਆਪਾਂ ਆਹ ਕਰਦੇ ਹਾਂ, ਆਪਾਂ ਆਹ ਕਰਦੇ ਹਾਂ। ਪਰ ਬੀਬੀਆਂ ਨੂੰ ਕੋਈ ਬਹੁਤੀ ਐਫਰਟ ਨਹੀਂ ਜਾਂ ਕੋਈ ਬਹੁਤੀ ਕੋਸ਼ਿਸ਼ ਨਹੀਂ। ਮਾਫ ਕਰਨਾ, ਗੁੱਸਾ ਨਾ ਕਰੋ ਮੇਰੀ ਗੱਲ ਦਾ। ਇਹ ਸਾਨੂੰ ਇਸ ਗੱਲ ਦਾ ਰਿਜ਼ਲਟ ਬਾਅਦ 'ਚ ਪਤਾ ਲੱਗਣਾ ਜਿਸਲੇ 5-10 ਸਾਲ ਲੰਘ ਗਿਆ ਭੈਣੋ। ਜਿਸਲੇ ਬੱਚੇ ਨੂੰ ਛੋਟਾ ਆ, ਬੱਚੇ ਦਾ ਇੱਕ ਮਾਂ-ਬਾਪ ਤੇ ਇੱਕ ਪ੍ਰਾਇਮਰੀ ਟੀਚਰ, ਤੁਸੀਂ ਜੋ ਮਰਜ਼ੀ ਬੱਚੇ ਨੂੰ ਬਣਾ ਲਓ। ਜਿਸਲੇ ਬੱਚਾ 8-10 ਸਾਲ ਦਾ ਹੋ ਗਿਆ, ਫਿਰ ਤੁਸੀਂ ਕੁਛ ਨਹੀਂ ਕਰ ਸਕਦੇ। ਇਹ ਮੇਰੇ 'ਤੇ ਵੀ ਢੁੱਕਦੀ ਹੈ, ਸਾਡੇ ਤਾਂ ਆਪਣੇ 'ਤੇ ਨਹੀਂ, ਮੇਰੇ 'ਤੇ ਵੀ ਢੁੱਕਦੀ ਹੈ। ਇਸ ਕਰਕੇ ਭੈਣੋ ਜ਼ਰੂਰ ਬੱਚਿਆਂ ਨੂੰ ਇੱਥੇ ਲਿਆਇਆ ਕਰੋ। ਇਹ ਦਰ ਉਹ ਆ ਜਿੱਥੇ ਸਾਰੀ ਸਿੱਖਿਆ ਮਿਲਦੀ ਹੈ, ਹਰ ਫੀਲਡ ਦੇ ਵਿੱਚ ਸਾਨੂੰ ਐਜੂਕੇਸ਼ਨ ਮਿਲਦੀ ਹੈ। ਜੇ ਇੱਥੇ ਆਵਾਂਗੇ ਤਾਂ ਆਪਾਂ ਮਾਂ-ਬਾਪ ਨੂੰ ਵੀ ਸਾਂਭਾਂਗੇ। ਆ ਸਾਡੇ ਸਾਹਮਣੇ ਆ, ਪਰਿਵਾਰ ਨੇ ਮਾਂ-ਬਾਪ ਨੂੰ ਸਾਂਭਿਆ, ਅਸੀਂ ਦੇਖਦੇ ਰਹੇ ਹਾਂ। ਉੱਧਰ ਟੈਂਟ ਲੱਗਾ ਹੁੰਦਾ ਸੀਗਾ, ਉੱਧਰ ਨੂੰ ਫਾਦਰ ਸਾਹਿਬ ਨੂੰ ਲੈ ਕੇ ਆਉਣਾ, ਉੱਥੇ ਕੁਰਸੀ ਦੇ ਬਾਹਰ ਬਿਠਾ ਦੇਣਾ, ਕਿਉਂਕਿ ਅੰਦਰ ਥੋੜ੍ਹਾ ਜਿਹਾ ਬਹੁਤੇ ਸਹੀ ਨਹੀਂ ਸੀਗੇ ਦਿਮਾਗੀ ਤੌਰ 'ਤੇ। ਸੇਵਾ ਕਰਦੇ ਰਹੇ ਆ। ਉਹ ਸਿੱਖਿਆ ਕਿੱਥੋਂ ਮਿਲੀ ਆ? ਇਸ ਦਰ ਤੋਂ ਮਿਲੀ ਆ ਭੈਣੋ, ਇਸ ਦਰ ਤੋਂ। ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਭਰਾਵਾਂ ਨੂੰ ਪੇ ਜ਼ਰੂਰ, ਕਿਉਂਕਿ ਭਰਾ ਸਾਡੇ ਤਾਂ ਸਾਰਾ ਦਿਨ ਸਵੇਰੇ ਚਲ ਜਾਣਾ, ਰਾਤ ਨੂੰ ਘਰੇ ਮੁੜਨਾ। ਭੈਣਾਂ ਦੀ ਡਿਊਟੀ ਵੱਧ ਹੈ ਬੱਚਿਆਂ ਪ੍ਰਤੀ। ਜ਼ਰੂਰ ਬੱਚਿਆਂ ਨੂੰ ਲੈ ਕੇ ਦਰਬਾਰ 'ਚ ਆਇਆ ਕਰੋ। ਇਸ ਪਰਿਵਾਰ ਮਾਲਕ ਅੱਗੇ ਅਰਦਾਸ ਕਰਦੇ ਹਾਂ ਕਿ ਮਹਾਰਾਜ ਆਪਣੇ ਉਹ ਸਾਡੇ ਭਰਾ ਨੂੰ, ਬਲਦੇਵ ਸਿੰਘ ਹੁਣਾਂ ਨੂੰ ਚਾਨਣਾ ਚਲਾਉਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਨਿਮਰਤਾ ਸਦ ਬੇਨਤੀ ਹੈ ਗੁਰੂ ਮਹਾਰਾਜ ਅੱਗੇ। ਇੱਥੇ ਹੀ ਸਾਧ ਸੰਗਤ ਦੀ ਸਮਾਪਤੀ ਹੈ। ਕੋਈ ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।